गुर शब्द विचार। अज दे अमृतमई बचनां दा पाठ भाई साहब जी पासों सरवण कीता। पवित्र बाणी शब्द दी विचार नाल सांझ पाउण लई जो सुभागा समा प्राप्त हो रहा है, मन बिरतियां नूं इकागर करदे होए नमाणे जे हो के चवर छतर तख्त दे मालक धन गुरु ग्रंथ साहिब महाराज जी दे पावन चरनां च जुड़न दा यतन करिए। सतगुरु गुरु पातशाह जी अज दे पावन शब्द राहीं जो सानू मनुखी दुनियावी जीवां नूं समझाउणा चाहुंदे ने, एक मन एक चित हो के समझण दा यतन करिए जी। वाहिगुरु साहिब जी। श्री राग महला तीजा घर पहला। एक ओंकार सत गुर प्रसाद। आप जी रोजाना इस अस्थान तो लड़ीवार गुर शब्द विचार दे नाल सांझ पाउंदे आ रहे हो। श्री राग दे विच कल तक आप जियां ने गुरु नानक साहिब जी दे पावन शब्दां दी विचार नूं लड़ीवार सरवण कीता। गुरु नानक साहिब जी दे 33 शब्द जिन्हां दी कल संपूर्णता हुई। अज जिहड़ा ये 34वां शब्द है श्री राग दे विच तीसरे पातशाह धन धन गुरु अमरदास महाराज पातशाह जी वल्लों उचारण कीता होया पावन शब्द गुरु ग्रंथ साहिब महाराज जी की पवित्र बाणी पावन अंग 26 दे उपर सभाएमान है। गुरु अमरदास महाराज जी दे इस शब्द की आरंभता विच श्री राग महला तीजा घर पहला ये शब्द पहले घर दे विच है। इहदा गायन पहले घर दे विच और घर पहला दूजा तीजा चौथा ये जिहड़े 17 घर आए ने गुरु ग्रंथ साहिब जी की बाणी विच। जदों तुसीं बरीकी दे नाल देखोगे, समझण दा यतन करोगे ते समझ आएगी कि पूरे शब्द दे विच एक ही विशा है, एक दा ही जिहड़ा वो जिक्र किया जा रहा है। जदों आपां शब्द नूं बरीकी नाल समझांगे ते जिथे घर दूजा आया उत्थे ध्यान नाल समझण दा यतन करियो। उस घर दे विच तुहानूं 2 विषे मिलणगे, 2 विचारां मिलणगियां एक शब्द विच। ते जिथे तीसरा घर आया उत्थे सानूं इक्को शब्द विच 3 विषे विचारां करन वास्ते मिलणगे। अज घर पहला ये गायन नाल भी संबंधित है भी पहले घर विच गाउणा है। ते दूसरा इहदा अर्थ है कि पूरे शब्द विच इक्को ही विशा है, इक्को ही विषय नूं लैके पूरे शब्द विच गुरु अमरदास महाराज जी जिक्र करते हैं। आरंभता दे विच एक ओंकार साडी मंजिल, साडा मुकाम, साडा मकसद एक अकाल पुरख वाहिगुरु है।
ਔਰ ਪ੍ਰਾਪਤੀ ਕਿਵੇਂ ਹੈ? ਸਤਿਗੁਰ ਪ੍ਰਸਾਦ, ਸੱਚੇ ਗਿਆਨ ਦੇ ਰਾਹੀਂ, ਸੱਚੇ ਗੁਰੂ ਦੇ ਦੁਆਰਾ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਆਤਮਿਕ ਤਲ ਤੇ ਪ੍ਰਾਪਤੀ ਹੈ। ਇਸ ਪਾਵਨ ਸ਼ਬਦ ਵਿੱਚ ਜੋ ਰਹਾਉ ਸ਼ਬਦ ਦਾ ਕੇਂਦਰੀ ਭਾਵ ਹੈ, ਗੁਰੂ ਅਮਰਦਾਸ ਮਹਾਰਾਜ ਜੀ ਕੀ ਕਿਰਪਾ ਕਰਦੇ ਨੇ। ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ। ਮਨ ਮੇਰੇ ਹਰ ਰਸ ਚਾਖ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਜੇ ਰਹੇ ਸਮਾਏ। ਰਹਾਉ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਮਨ ਨੂੰ ਸੰਬੋਧਨ ਕਰਕੇ ਸਮਝਾਉਂਦੇ ਨੇ ਕਿ ਹੇ ਮਨ, ਤੂੰ ਹਰੀ ਦੇ ਨਾਮ ਦਾ ਰਸ ਜਿਹੜਾ ਹੈ ਉਹ ਸਵਾਦ ਚੱਖ, ਜਿਹਦੇ ਨਾਲ ਤੇਰੇ ਅੰਦਰ ਦੀ ਤ੍ਰਿਸ਼ਨਾ, ਇਹ ਪਿਆਸ ਬੁੱਝ ਜਾਏ। ਜਿੰਨਾ ਚਿਰ ਹਰੀ ਦੇ ਨਾਮ ਦਾ ਰਸ ਮਨ ਨਹੀਂ ਨਾ ਚੱਖਦਾ, ਸਾਡੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਇਹ ਮੁੱਕ ਹੀ ਨਹੀਂ ਸਕਦੀ। ਤ੍ਰਿਸ਼ਨਾ ਇੱਕ ਪਿਆਸ ਦੀ ਤਰ੍ਹਾਂ ਹੈ, ਜਿੰਨਾ ਚਿਰ ਪਾਣੀ ਅਸੀਂ ਨਹੀਂ ਪੀਂਦੇ ਪਿਆਸ ਬੁਝਣੀ ਨਹੀਂ। ਇਸੇ ਤਰ੍ਹਾਂ ਇਹ ਤ੍ਰਿਸ਼ਨਾ ਵੀ ਇੱਕ ਪਿਆਸ ਹੈ ਜਿਹੜੀ ਵੱਧਦੀ ਜਾ ਰਹੀ ਹੈ। ਤੇ ਜਿੰਨਾ ਚਿਰ ਨਾਮ ਦਾ ਰਸ ਨਹੀਂ ਇਹਨੂੰ ਮਿਲਦਾ ਮਨ ਨੂੰ, ਕਿਉਂਕਿ ਤ੍ਰਿਸ਼ਨਾ ਦੀ ਪਿਆਸ ਮਨ ਨੂੰ ਲੱਗੀ ਹੈ, ਪਾਣੀ ਦੀ ਪਿਆਸ ਸਾਡੇ ਇਸ ਮੁਖ, ਸਾਡੇ ਇਸ ਜੀਵ ਨੂੰ, ਸਾਡੇ ਇਸ ਗਲੇ ਨੂੰ ਜੋ ਇੱਕ ਮਾਸ ਦਾ ਬਣਿਆ ਹੋਇਆ ਹੈ, ਇਹਨੂੰ ਪਿਆਸ ਪਾਣੀ ਦੀ ਲੱਗਦੀ ਹੈ। ਤੇ ਪਾਣੀ ਪੀ ਕੇ ਅਸੀਂ ਪਿਆਸ ਨਿਤ ਬੁਝਾਉਂਦੇ ਹਾਂ। ਪਰ ਜਿਹੜੀ ਮਨ ਦੀ ਪਿਆਸ ਹੈ, ਜਿਹਨੂੰ ਤ੍ਰਿਸ਼ਨਾ ਦਾ ਨਾਮ ਦਿੱਤਾ ਗਿਆ, ਇਹ ਉਨਾ ਚਿਰ ਪਿਆਸ ਨਹੀਂ ਬੁਝਣੀ, ਉਨਾ ਚਿਰ ਇਹ ਤ੍ਰਿਸ਼ਨਾ ਨਹੀਂ ਮੁੱਕਣੀ, ਜਿੰਨਾ ਚਿਰ ਪਰਮੇਸ਼ਵਰ ਦੇ ਨਾਮ ਦਾ ਰਸ ਨਹੀਂ ਮਿਲਦਾ। ਰੋਜ਼ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਰਸਨਾ ਦੀ ਗੱਲ ਕਰਦੇ ਨੇ, ਉਹ ਰਸਨਾ ਇਹ ਬਾਹਰ ਦੀ ਨਹੀਂ, ਉਹ ਰਸਨਾ ਮਨ ਦੀ ਹੈ। ਰਸ ਅਸੀਂ ਬਹੁਤ ਪ੍ਰਕਾਰ ਦੇ ਨਾਲ ਲੈਂਦੇ ਹਾਂ। ਸਾਡੇ ਅੱਖਾਂ ਦਾ ਰਸ ਹੋਰ ਹੈ, ਸਾਡੇ ਕੰਨਾਂ ਦਾ ਰਸ ਹੋਰ ਹੈ, ਸਾਡੀ ਜ਼ੁਬਾਨ ਦਾ ਰਸ ਹੋਰ ਹੈ, ਸਾਡੇ ਇੰਦਰੇ ਇਹਨਾਂ ਦਾ ਰਸ ਹੈ। ਪਰ ਸਾਹਿਬ ਕਹਿੰਦੇ ਜਿਹੜਾ ਰਸ ਤੁਸੀਂ ਨਾਮ ਵਿੱਚੋਂ ਲੈਣਾ, ਉਹ ਰਸ ਤੁਹਾਡੇ ਮਨ ਤੱਕ ਪਹੁੰਚਣਾ ਚਾਹੀਦਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਾਂ ਨਿਤ ਦੇ ਨੇਮ ਵਿੱਚ ਰੋਜ਼ਾਨਾ ਹੀ ਬਚਨ ਪੜ੍ਹਦੇ ਹਾਂ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਅੰਨ ਰਸ ਹੋਰ ਹੋਰ ਜਿੰਨੇ ਵੀ ਰਸ ਨੇ, ਤੂੰ ਜਿੰਨੇ ਮਰਜ਼ੀ ਅੰਨ ਰਸ ਚੱਖ ਲੈ, ਪਰ ਸੱਚ ਤਾਂ ਇਹ ਹੈ ਕਿ ਪਿਆਸ ਨਹੀਂ ਬੁੱਝਣੀ, ਤ੍ਰਿਸ਼ਨਾ ਨਹੀਂ ਮੁੱਕਣੀ। ਕਦੋਂ ਤੱਕ? ਕਹਿੰਦੇ ਜਿੰਨਾ ਚਿਰ ਪਰਮੇਸ਼ਵਰ ਦੇ ਨਾਮ ਦਾ ਰਸ ਨਹੀਂ ਮਿਲਦਾ। ਜਿਚਰ ਹਰ ਰਸ ਪੱਲੇ ਨਾ ਪਾਏ। ਜਿਚਰ ਦਾ ਅਰਥ ਜਦੋਂ ਤੱਕ, ਭਾਵੇਂ ਸਾਰੀ ਉਮਰ ਲੰਘ ਜਾਏ, ਸਾਰੀ ਜ਼ਿੰਦਗੀ ਲੰਘ ਜਾਏ, ਜਦੋਂ ਤੱਕ ਨਾਮ ਦਾ ਰਸ ਨਹੀਂ ਪ੍ਰਾਪਤ ਹੁੰਦਾ, ਇਹ ਤ੍ਰਿਸ਼ਨਾ, ਇਹ ਪਿਆਸ ਮੁੱਕ ਹੀ ਨਹੀਂ ਸਕਦੀ। ਤੇ ਇਸ ਤ੍ਰਿਸ਼ਨਾ ਦੇ ਵਸ ਵਿੱਚ ਪਿਆ ਹੋਇਆ ਮਨ ਪਤਾ ਨਹੀਂ ਕਿਹੜੇ ਕਿਹੜੇ ਮਾੜੇ ਭੈੜੇ ਰਾਹ ਤੇ ਤੁਰ ਕੇ ਇਹ ਹਰ ਪ੍ਰਕਾਰ ਦੇ ਮਾੜੇ ਕਰਮ ਕਰਨ ਲਈ ਤਿਆਰ ਹੁੰਦਾ ਹੈ। ਤ੍ਰਿਸ਼ਨਾ ਬਹੁਤ ਕੁਝ ਕਰਵਾਉਂਦੀ ਹੈ ਬੰਦੇ ਤੋਂ। ਇਸ ਲਈ ਸਾਹਿਬ ਨੇ ਮਨ ਨੂੰ ਸੰਬੋਧਨ ਕੀਤਾ, ਮਨ ਮੇਰੇ ਹਰ ਰਸ ਚਾਖ ਤਿਖ ਜਾਏ। ਤਿਖ ਮੈਨੇ ਪਿਆਸ, ਪਿਆਸ ਦਾ ਮਤਲਬ ਹੈ ਤ੍ਰਿਸ਼ਨਾ। ਹੇ ਮੇਰੇ ਮਨ,
ਤੂੰ ਹਰੀ ਦੇ ਨਾਮ ਦਾ ਰਸ ਜਿਹੜਾ ਉਹ ਚੱਖ, ਤੂੰ ਹਰੀ ਦੇ ਨਾਮ ਦਾ ਰਸ ਜਿਹੜਾ ਉਹਦਾ ਸਵਾਦ ਲੈ। ਤੇ ਜਦੋਂ ਤੂੰ ਹਰੀ ਦੇ ਨਾਮ ਦਾ ਰਸ ਉਹਦਾ ਸਵਾਦ ਲਏਗਾ, ਉਹਨੂੰ ਚੱਖ ਲਏਗਾ, ਤਿੱਖ ਜਾਏ ਤੇਰੇ ਅੰਦਰ ਦੀ ਤ੍ਰਿਸ਼ਨਾ ਰੂਪੀ ਪਿਆਸ ਚਲੀ ਜਾਏਗੀ। ਜਿਨ੍ਹਾਂ ਗੁਰਮੁਖ ਚਾਖਿਆ, ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ, ਜਿਨ੍ਹਾਂ ਗੁਰਮੁਖਾਂ ਨੇ ਇਸ ਨਾਮ ਦੇ ਰਸ ਨੂੰ ਚੱਖ ਲਿਆ, ਸਹਜੇ ਰਹੇ ਸਮਾਏ, ਉਹਨਾਂ ਅੰਦਰ ਫਿਰ ਮਨ ਅਡੋਲਤਾ ਜਿਹੜੀ ਸੀ ਉਹਨਾਂ ਦੇ ਮਨ ਵਿੱਚ ਬਣ ਗਈ। ਉਹਨਾਂ ਦੇ ਮਨ ਵਿੱਚ ਸਬਰ ਸੰਤੋਖ ਆ ਗਿਆ, ਕਿਉਂਕਿ ਤ੍ਰਿਸ਼ਨਾ ਦੀ ਪਿਆਸ ਬੁਝੇਗੀ ਤੇ ਸਬਰ ਸੰਤੋਖ ਅੰਦਰ ਆਏਗਾ। ਤੇ ਜਿੰਨਾ ਚਿਰ ਤ੍ਰਿਸ਼ਨਾ ਹੈ ਉਹਨਾਂ ਚਿਰ ਸਬਰ ਨਹੀਂ, ਉਹਨਾਂ ਚਿਰ ਅੰਦਰ ਸੰਤੋਖ ਨਹੀਂ। ਸੰਤੋਖ ਦਾ ਮਤਲਬ ਉਹਨਾਂ ਚਿਰ ਮਨ ਸੰਤੁਸ਼ਟ ਨਹੀਂ ਹੋ ਸਕਦਾ। ਭਾਵੇਂ ਦੁਨੀਆ ਦੇ ਵਿੱਚ ਹਰ ਪ੍ਰਕਾਰ ਦੇ ਧਨ ਪਦਾਰਥਾਂ ਦੀ ਪ੍ਰਾਪਤੀ ਹੋ ਜਾਏ, ਪਰ ਮਨ ਸੰਤੁਸ਼ਟ ਨਹੀਂ ਹੁੰਦਾ। ਜਿੰਨਾ ਚਿਰ ਇਹ ਤ੍ਰਿਸ਼ਨਾ ਨਹੀਂ ਅੰਦਰੋਂ ਮੁੱਕਦੀ, ਉਹਨਾਂ ਚਿਰ ਸਹਿਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਤ੍ਰਿਪਤ ਦਾ ਅਰਥ ਮਨ ਸੰਤੁਸ਼ਟੀ ਕੋਈ ਨਹੀਂ ਹੁੰਦਾ। ਇਸ ਲਈ ਸਭ ਕਹਿੰਦੇ ਜੇ ਤੂੰ ਆਪਣੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦਾ, ਜੇ ਆਪਣੇ ਮਨ ਨੂੰ ਸਬਰ ਸੰਤੋਖ ਵਿੱਚ ਅਡੋਲਤਾ ਵਿੱਚ ਰੱਖਣਾ ਚਾਹੁੰਦਾ, ਤਾਂ ਫਿਰ ਜਿਸ ਤਰ੍ਹਾਂ ਗੁਰਮੁਖਾਂ ਨੇ ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਚੱਖ ਕੇ ਅੰਦਰ ਸਹਿਜ ਬਣਾ ਲਿਆ, ਜਾਂ ਸਹਿਜ ਵਿੱਚ ਜਿਨ੍ਹਾਂ ਦਾ ਮਨ ਲੀਨ ਹੋ ਗਿਆ। ਮਨ ਮੇਰੇ ਹਰ ਰਸ ਚਾਖ ਤਿੱਖ ਜਾਏ, ਤੂੰ ਵੀ ਪਰਮੇਸ਼ਵਰ ਦੇ ਨਾਮ ਦਾ ਰਸ ਚੱਖ, ਤਾਂ ਕਿ ਤੇਰੇ ਅੰਦਰ ਦੀ ਤ੍ਰਿਸ਼ਨਾ ਰੂਪੀ ਪਿਆਸ ਮੁੱਕ ਜਾਏ। ਇਹ ਰਸ ਬੜਾ ਮਿੱਠਾ ਰਸ ਹੈ। ਅੱਜ ਤੱਕ ਦੁਨੀਆ ਦੇ ਵਿੱਚ ਜਿੰਨੇ ਵੀ ਮਿੱਠੇ ਪਦਾਰਥ ਨੇ ਰਸ ਨਾਲ ਭਰੇ ਹੋਏ, ਇੱਕ ਤੋਂ ਇੱਕ ਚੜ੍ਹਦੇ ਨੇ। ਜੇ ਇੱਕ ਪਦਾਰਥ ਲਈਏ ਕਹਾਂਗੇ ਮਿੱਠਾ ਬੜਾ ਹੈ, ਪਰ ਦੂਜਾ ਚੱਖ ਕੇ ਕਹਾਂਗੇ ਇਹ ਤੇ ਉਹਦੇ ਨਾਲੋਂ ਵੀ ਮਿੱਠਾ ਹੈ। ਤੀਸਰਾ ਜੇ ਅਸੀਂ ਚੱਖਾਂਗੇ ਤੇ ਫਿਰ ਅਸੀਂ ਕਹਾਂਗੇ ਇਹ ਤੇ ਉਹਦੇ ਨਾਲੋਂ ਵੀ ਮਿੱਠਾ ਹੈ। ਪਰ ਸਭ ਕਹਿੰਦੇ ਜਿਹੜਾ ਪਰਮੇਸ਼ਵਰ ਦੇ ਨਾਮ ਦਾ ਰਸ ਹੈ ਨਾ, ਇਸ ਤੋਂ ਵੱਧ ਕੇ ਮਿਠਾਸ ਕਿਸੇ 'ਚ ਨਹੀਂ। ਇਸ ਤੋਂ ਵੱਧ ਕੇ ਮਿਠਾਸ, ਉਹ ਜਿਹੜੇ ਦੁਨੀਆ ਦੇ ਰਸ ਨੇ ਮਿੱਠੇ, ਇਹ ਬਾਅਦ ਵਿੱਚ ਕੌੜੇ ਹੋ ਜਾਂਦੇ ਨੇ, ਇਹ ਬਾਅਦ ਵਿੱਚ ਕੜਵਾਹਟ ਵਿੱਚ ਬਦਲ ਜਾਂਦੇ ਨੇ। ਪਰ ਪਰਮੇਸ਼ਵਰ ਦੇ ਨਾਮ ਦਾ ਰਸ ਐਸਾ ਹੈ ਕਿ ਜੇ ਕਿਸੇ ਨੂੰ ਪ੍ਰਾਪਤ, ਵੈਸੇ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ, ਜਿਹਨੂੰ ਇਹ ਰਸ ਚੱਖਣ ਵਾਸਤੇ ਮਿਲ ਜਾਏ ਮਨ ਦੇ ਰਾਹੀਂ, ਫਿਰ ਉਹ ਦੁਨੀਆ ਦੇ ਰਸ ਮਗਰ ਨਹੀਂ ਦੌੜਦਾ, ਉਹ ਦੁਨੀਆ ਦੇ ਸਵਾਦਾਂ ਵਿੱਚ ਨਹੀਂ ਪੈਂਦਾ, ਉਹ ਦੁਨੀਆ ਦੇ ਸਵਾਦਾਂ ਤੋਂ ਉੱਪਰ ਉੱਠ ਜਾਂਦਾ ਹੈ, ਕਿਉਂਕਿ ਉਹਨੂੰ ਨਾਮ ਵਿੱਚੋਂ ਸਵਾਦ ਆਉਣ ਲੱਗ ਜਾਂਦਾ ਹੈ, ਉਹਨੂੰ ਨਾਮ ਵਿੱਚੋਂ ਰਸ ਆਉਣ ਲੱਗ ਜਾਂਦਾ ਹੈ। ਤੇ ਜਿਸ ਦਿਨ ਇਹ ਰਸ ਸਾਨੂੰ ਮਿਲ ਗਿਆ, ਇਸ ਤੋਂ ਵਧੇਕ ਮਿਠਾਸ ਸਾਨੂੰ ਕਿਸੇ ਵਿੱਚੋਂ ਨਹੀਂ ਮਿਲਣੀ। ਤੇ ਜਦੋਂ ਪਰਮੇਸ਼ਵਰ ਦਾ ਨਾਮ ਮਿੱਠਾ ਲੱਗਣ ਲੱਗਾ, ਤੇ ਫਿਰ ਸਾਡਾ ਧਿਆਨ ਹੋਰ ਪਾਸੇ ਜਾਣਾ ਹੀ ਨਹੀਂ, ਸਾਡੇ ਮਨ ਵਿੱਚ ਹੋਰ ਖਿਆਲ ਆਉਣਾ ਹੀ ਕੋਈ ਨਹੀਂ ਹੈ। ਹਜੇ ਤਾਂ ਧਿਆਨ ਹੋਰ ਪਾਸੇ ਜਾਂਦਾ ਹੈ, ਮਨ ਵਿੱਚ ਖਿਆਲ ਆਉਂਦੇ ਨੇ। ਉਹਦਾ ਕਾਰਨ ਇਹ ਹੈ ਕਿ ਹਜੇ ਨਾਮ ਦਾ ਰਸ ਨਹੀਂ ਚੱਖਿਆ ਸੀ। ਸਭ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਰਸ ਚੱਖਿਆ, ਉਹਨਾਂ ਦੇ ਤ੍ਰਿਸ਼ਨਾ ਰੂਪੀ ਪਿਆਸ ਜਿਹੜੀ ਸੀ ਉਹ ਬੁੱਝ ਗਈ, ਤੇ ਉਹ ਗੁਰੂ ਦੇ ਰਾਹੀਂ ਨਾਮ ਰਸ ਚੱਖ ਕੇ ਸਹਿਜ ਵਿੱਚ ਲੀਨ, ਸਬਰ ਸੰਤੋਖ ਵਿੱਚ ਲੀਨ ਹੋ ਜਾਂਦੇ ਆ। ਇਹ ਕੇਂਦਰੀ ਭਾਵ ਇਸ ਸ਼ਬਦ ਦਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਹੋ ਸਤਿਗੁਰ ਸੇਵੀ ਆਪਣਾ, ਇਕ ਮਨ ਇਕ ਚਿਤ ਪਾਏ। ਸਤਿਗੁਰ ਮਨ ਕਾਮਣਾ ਤੀਰਥ ਹੈ,
ਜਿਸਨੋ ਦੇ ਬੁਝਾਏ। ਹੁਣ ਦੇਖੋ ਰਹਾਉ ਵਾਲੀ ਪੰਕਤੀ ਦੇ ਵਿੱਚ ਮਹਾਰਾਜ ਕਹਿੰਦੇ ਮਨ ਮੇਰੇ ਹਰ ਰਸ ਚਾਖ ਤਿਖ ਜਾਏ। ਇਹਦਾ ਮਤਲਬ ਇਹ ਸਾਨੂੰ ਸਮਝਾ ਰਹੇ ਆ ਵੀ ਆਪਣੇ ਆਪਣੇ ਮਨ ਨੂੰ ਕਹੋ, ਆਪਣੇ ਆਪਣੇ ਮਨ ਨੂੰ ਆਵਾਜ਼ ਦਿਓ। ਤੇ ਕਈ ਵਾਰ ਮਨ ਚਤਰ ਚਲਾਕ ਸਵਾਲ ਵੀ ਖੜਾ ਕਰ ਦਿੰਦਾ ਹੈ ਤੇ ਮਨ ਕਵੇ ਵੀ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਮੈਂ ਵੀ ਸਤਿਗੁਰੂ ਨੂੰ ਸਿਮਰ ਕੇ ਸਤਿਗੁਰੂ ਦੇ ਰਾਹੀਂ ਉਸ ਨਾਮ ਦੇ ਰਸ ਨੂੰ ਚੱਖ ਲਿਆ। ਮੈਂ ਉਸ ਨਾਮ ਦੇ ਰਸ ਨੂੰ ਚੱਖ ਕੇ ਤਾਂ ਤੁਹਾਨੂੰ ਕਹਿ ਰਿਹਾ ਵੀ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖੋ, ਸਤ ਸੰਗੀ ਜਨੋ, ਤੁਸੀਂ ਵੀ ਮਨ ਕਰਕੇ ਨਾਮ ਦਾ ਰਸ ਚੱਖ ਲਓ। ਤੇ ਗੁਰੂ ਸਾਹਿਬ ਨੇ ਆਪਣੀ ਗੱਲ ਵੀ ਕੀਤੀ, ਕਿਉਂਕਿ ਹਾਉ ਦਾ ਅਰਥ ਕੀ ਹੁੰਦਾ? ਮੈਂ। ਤੇ ਇਹਦਾ ਮਤਲਬ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਗੱਲ ਕਰ ਰਹੇ ਆ। ਸਾਹਿਬ ਕਹਿੰਦੇ ਹਾਉ ਸਤਿਗੁਰ ਸੇਵੀ ਆਪਣਾ। ਮੈਂ ਸੱਚੇ ਗੁਰੂ ਨੂੰ ਆਪਣਾ ਜਦੋਂ ਬਣਾ ਲਿਆ ਤੇ ਫਿਰ ਸਤਿਗੁਰੂ ਨੂੰ ਸਿਮਰਿਆ ਜਾਂ ਸਤਿਗੁਰੂ ਦੀ ਸੇਵਾ ਵਿੱਚ ਜੁੜਿਆ। ਕਿਸ ਤਰ੍ਹਾਂ? ਇੱਕ ਮਨ ਇੱਕ ਚਿੱਤ ਭਾਏ। ਇੱਕ ਮਨ ਇੱਕ ਚਿੱਤ ਕਰਕੇ ਤੇ ਮਨ ਵਿੱਚ ਭਾਵਨਾ ਰੱਖ ਕੇ ਪ੍ਰੇਮ ਸਹਿਤ ਮਨ ਵਿੱਚ ਵੀ ਚਿੱਤ ਵਿੱਚ ਵੀ ਭਾਵਨਾ ਰੱਖ ਕੇ ਹਉ ਸਤਿਗੁਰ ਸੇਵੀ ਆਪਣਾ। ਜਦੋਂ ਮੈਨੂੰ ਸਤਿਗੁਰ ਮਿਲ ਗਿਆ, ਪਹਿਲੇ ਤੇ ਬਾਹਰ ਦੀਆਂ ਯਾਤਰਾਵਾਂ, ਬਾਹਰ ਦਾ ਤੀਰਥ ਹੀ ਜਿਹੜਾ ਸੀ ਉਹ ਦਿਸਦਾ ਸੀ ਤੇ ਜਿੰਨਾ ਚਿਰ ਬਾਹਰ ਦਾ ਤੀਰਥ ਸਮਝ ਵਿੱਚ ਆਇਆ, ਬਾਹਰ ਦੀ ਯਾਤਰਾ ਕਰਦੇ ਰਹੇ। 19-20 ਵਾਰ ਯਾਤਰਾ ਕੀਤੀ, ਬਾਹਰ ਦੇ ਤੀਰਥ ਤੇ ਜਾਂਦੇ ਰਹੇ, ਪਰ ਜਾਂਦਿਆਂ ਸਮਝ ਆਈ ਕਿ ਇਹ ਉਹ ਤੀਰਥ ਨਹੀਂ ਹੈ ਜਿੱਥੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੋਵੇ। ਇਹ ਉਹ ਤੀਰਥ ਨਹੀਂ ਹੈ। ਇੱਥੇ ਠੀਕ ਹੈ ਤਨ ਕਰਕੇ ਚੁੱਭੀ ਜ਼ਰੂਰ ਆਪਾਂ ਲਾ ਕੇ ਆ ਗਏ, ਉਸ ਤੀਰਥ ਦੇ ਕੰਢੇ ਤੇ ਜ਼ਰੂਰ ਬੈਠ ਕੇ ਆ ਗਏ, ਪਰ ਇਹ ਉਹ ਤੀਰਥ ਨਹੀਂ ਹੈ ਜਿਹੜਾ ਮਨ ਨੂੰ ਸਬਰ ਸੰਤੋਖ ਦੇ ਸਕੇ, ਜਿਹੜਾ ਮਨ ਦੀ ਇੱਛਾ ਪੂਰੀ ਕਰ ਸਕੇ, ਜਿਹੜਾ ਮਨ ਦੀ ਮਲ ਨੂੰ ਧੋ ਸਕੇ। ਇਹ ਉਹ ਤੀਰਥ ਨਹੀਂ ਹੈ। ਮਨ ਤੇ ਕਹਿੰਦਾ ਮਨ ਕਾਮਨਾ ਤੀਰਥ ਦੇ ਜਾਏ ਬਸੈ। ਮਨ ਤਾਂ ਕਹਿੰਦਾ ਵੀ ਇਹ ਤੀਰਥ ਤੇ ਦੇ ਜਾ ਕੇ ਵਸ ਜਾਏ, ਪਰ ਉੱਥੇ ਵਸਣ ਦੇ ਨਾਲ ਇਹਦੇ ਮਨ ਦੀ ਮੈਲ ਨਹੀਂ ਉਤਰਨੀ, ਤਨ ਦੀ ਮੈਲ ਜ਼ਰੂਰ ਉਤਰ ਜਾਏਗੀ। ਤਨ ਜਿਹੜਾ ਉੱਥੇ ਜਾ ਕੇ ਜ਼ਰੂਰ ਸਾਫ਼ ਸੁਥਰਾ ਹੋ ਜਾਏਗਾ, ਚਮੜੀ ਦਾ ਰੋਗ ਵੀ ਠੀਕ ਹੋ ਜਾਏਗਾ, ਪਰ ਜਿਹੜਾ ਮਨ ਦਾ ਰੋਗ ਹੈ, ਉਸ ਮਨ ਦੇ ਰੋਗ ਵਾਸਤੇ ਉਹ ਤੀਰਥ ਚਾਹੀਦਾ ਹੈ ਜਿਸ ਤੀਰਥ ਤੇ ਜਾ ਕੇ ਮਨ ਦਾ ਰੋਗ ਵੀ ਜਿਹੜਾ ਉਹ ਰਾਜ਼ੀ ਹੋ ਜਾਏ, ਤੇ ਦੂਸਰਾ ਮਨ ਦੀ ਮਲੀਨਤਾ, ਮਨ ਵਿੱਚ ਸ਼ੁੱਧਤਾ, ਪਵਿੱਤਰਤਾ ਆ ਜਾਏ। ਹੁਣ ਮਨ ਕਹਿੰਦਾ ਵੀ ਤੂੰ ਬਾਹਰ ਦੇ ਤੀਰਥ ਤੇ ਜਾ, ਕਿਉਂਕਿ ਮਨ ਚਤਰ ਹੈ, ਚੰਚਲ ਹੈ, ਮਨ ਆਪਣੇ ਆਪ ਦੇ ਵਿੱਚ ਸਿਆਣਾ ਹੈ। ਸਾਹਿਬ ਜੀ ਕਹਿੰਦੇ ਜਿਸ ਦਿਨ ਮੈਨੂੰ ਸਮਝ ਆਈ, ਮੈਂ ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਇਆ, ਭਾਵ ਗੁਰੂ ਅੰਗਦ ਸਾਹਿਬ ਜੀ ਦੇ ਦਰ ਤੇ। ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆਇਆ, ਸਤਿਗੁਰ ਮਨ ਕਾਮਨਾ ਤੀਰਥ ਹੈ। ਪਤਾ ਲੱਗਾ ਵੀ ਸਤਿਗੁਰੂ ਹੀ ਉਹ ਤੀਰਥ ਹੈ ਜਿਹੜਾ ਮਨ ਦੀ ਕਾਮਨਾ ਨੂੰ ਪੂਰਾ ਕਰ ਸਕਦਾ ਹੈ। ਬਾਹਰ ਦਾ ਤੀਰਥ ਜਿਹੜਾ ਸੀ ਉਹ ਸਿਰਫ ਤਨ ਨੂੰ ਹੀ ਸਵੱਛ ਕਰ ਸਕਦਾ ਹੈ, ਤਨ ਨੂੰ ਹੀ ਅਰੋਗ ਕਰ ਸਕਦਾ ਹੈ, ਪਰ ਇਹ ਉਹ ਤੀਰਥ ਹੈ ਜਿਹੜਾ ਮਨ ਦੀ ਕਾਮਨਾ ਵੀ ਪੂਰੀ ਕਰ ਸਕਦਾ ਹੈ ਤੇ ਮਨ ਦੇ ਰੋਗ ਵੀ ਮਿਟਾ ਸਕਦਾ ਹੈ। ਹਉ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿਤ ਭਾਏ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ। ਪਰ ਇਹ ਤੀਰਥ ਵੀ ਉਹਨੂੰ ਸਮਝ ਆਏਗਾ ਜਿਹਨੂੰ ਉਹ ਆਪ ਕਿਰਪਾ ਕਰਕੇ ਇਹ ਸਮਝਾ ਦਿੰਦਾ ਹੈ। ਬੁਝਾਏ ਦਾ ਅਰਥ ਕੀ ਹੈ? ਸਮਝਾ ਦੇਣਾ। ਕਹਿੰਦੇ ਜਿਸ ਨੂੰ ਦੇ ਬੁਝਾਏ, ਜਿਹਨੂੰ ਇਹ ਗੱਲ ਸਮਝਾ ਦੇਵੇ,
ਉਹਨੂੰ ਹੀ ਸਮਝ ਆਉਂਦੀ ਹੈ ਕਿ ਸਤਿਗੁਰ ਹੀ ਤੀਰਥ ਹੈ। ਉਹਨੂੰ ਹੀ ਸਮਝ ਆਉਂਦੀ ਹੈ ਕਿ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਵੀ ਜਿਹੜਾ ਤੀਰਥ ਤੇ ਅਸੀਂ ਨਹਾਉਣ ਵਾਸਤੇ ਜਾਣਾ ਉਹ ਤੇ ਨਾਮ ਦਾ ਤੀਰਥ ਹੈ। ਤੇ ਉਹ ਨਾਮ ਦਾ ਤੀਰਥ ਹੈ ਕਿਹਦੇ ਵਿੱਚ ਹੈ? ਸਤਿਗੁਰੂ ਦੇ ਵਿੱਚ। ਜਿਹੜਾ ਅੰਮ੍ਰਿਤ ਰਸ ਭਰਿਆ ਹੈ ਉਹ ਸਰੋਵਰ ਜਿਹੜਾ ਅੰਮ੍ਰਿਤ ਰਸ ਦਾ ਉਹ ਕਿੱਥੇ ਹੈ? ਬਾਣੀ ਦੇ ਵਿੱਚ। ਤੇ ਬਾਣੀ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਬਾਣੀ ਗੁਰੂ ਹੈ ਔਰ ਇਸ ਗੁਰਬਾਣੀ ਦੇ ਵਿੱਚ ਜਿਹੜਾ ਰਸ ਭਰਿਆ ਹੋਇਆ ਹੈ ਉਹ ਸਾਡੇ ਵਾਸਤੇ ਮਾਨ ਸਰੋਵਰ ਹੈ। ਅਸੀਂ ਆਪਣੇ ਮਨ ਨੂੰ ਹੰਸ ਬਣਾ ਕੇ ਇਸ ਮਾਨ ਸਰੋਵਰ ਦੇ ਵਿੱਚ ਚੁੱਭੀ ਲਵਾਉਣੀ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ ਜੋ ਮੈਨੂੰ ਗੱਲ ਸਮਝ ਆਈ ਉਹ ਮੈਂ ਦੁਨੀਆ ਦੇ ਵਿੱਚ ਗੁਰੂ ਕੇ ਪਿਆਰਿਓ ਹਰ ਇੱਕ ਨੂੰ ਸਮਝਾਉਣ ਦਾ ਗੁਰੂ ਸਾਹਿਬ ਕਹਿੰਦੇ ਯਤਨ ਕਰਦਾ ਕਿ ਸਤਿਗੁਰ ਮਨ ਕਾਮਨਾ ਤੀਰਥ ਹੈ। ਸੱਚਾ ਗੁਰੂ ਹੀ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਤੀਰਥ ਹੈ। ਜਿਸ ਨੂੰ ਦੇ ਬੁਝਾਏ, ਜਿਹਨੂੰ ਇਹ ਗੱਲ ਸਮਝਾ ਦੇਵੇ ਉਹਨੂੰ ਹੀ ਇਹ ਗੱਲ ਸਮਝ ਆਉਂਦੀ ਹੈ। ਮਨ ਚਿੰਦਿਆਂ ਵਰ ਪਾਵਣਾ, ਜੋ ਇੱਛਾ ਸੋ ਫਲ ਪਾਏ। ਕਹਿੰਦੇ ਮਨ ਵਿੱਚ ਜੋ ਇੱਛਾ ਸੀ ਉਹ ਮਨ ਦੀ ਇੱਛਾ ਦੇ ਮੁਤਾਬਕ ਬਖਸ਼ਿਸ਼ ਵੀ ਮਿਲਦੀ ਹੈ, ਜੋ ਮਨ ਚਾਹੁੰਦਾ ਹੈ। ਔਰ ਜੋ ਫਲ ਚਾਹੀਦਾ ਹੈ ਉਹ ਇੱਛਾ ਦੇ ਮੁਤਾਬਕ ਫਲ ਵੀ ਲੱਗਦਾ ਹੈ। ਜੋ ਮਨ ਚਾਹੁੰਦਾ ਹੈ ਉਹ ਪਾ ਵੀ ਲੈਂਦਾ ਹੈ ਔਰ ਜੋ ਮਨ ਦੇ ਵਿੱਚ ਇੱਛਾ ਹੈ ਉਹਨੂੰ ਫਲ ਵੀ ਲੱਗਦਾ ਹੈ। ਔਰ ਇਹ ਵੀ ਧਿਆਨ ਰੱਖਣਾ ਕਿ ਇਹ ਉਹ ਤੀਰਥ ਸਤਿਗੁਰੂ ਰੂਪੀ ਹੈ ਜਿਤੜੇ ਮਨ ਫਲ ਮਨ ਬਾਂਛੀ ਹੈ। ਜਿਤੜੇ ਫਲ ਮਨ ਬਾਂਛੀ ਹੈ ਤਿਤੜੇ ਸਤਿਗੁਰ ਪਾਸ। ਜਿਤੜੇ ਦਾ ਅਰਥ ਹੈ ਜਿੰਨੇ ਵੀ ਮਨ ਅੰਦਰ ਫਲ ਦੀ ਮੰਗ ਰੱਖਦਾ ਹੈ, ਜਿੰਨੇ ਵੀ ਮਨ ਦੇ ਵਿੱਚ ਅੰਦਰ ਇੱਕ ਮਨ ਦੀ ਇੱਕ ਡਿਮਾਂਡ ਹੈ, ਮੰਗ ਹੈ, ਕਹਿੰਦੇ ਉਹ ਸਾਰੇ ਦੇ ਸਾਰੇ ਫਲ ਆ ਸਤਿਗੁਰੂ ਰੂਪੀ ਤੀਰਥ ਦੇ ਵਿੱਚ ਨੇ। ਬਸ ਮਨ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਣ ਹੋਵੇ। ਹੁਣ ਜੇ ਅਸੀਂ ਕਹੀਏ ਕਿ ਜਿੰਨੇ ਮਨ ਨੂੰ ਫਲ ਚਾਹੀਦੇ ਆ ਸਾਰੇ ਦੇ ਸਾਰੇ ਹੀ ਸਤਿਗੁਰੂ ਪਾਸ ਨੇ, ਤੇ ਮਨ ਤੇ ਫਿਰ ਮਾੜਾ ਵੀ ਚਾਹੁੰਦਾ ਹੈ, ਮਨ ਤੇ ਫਿਰ ਬੁਰਾ ਫਲ ਵੀ ਜਿਹੜਾ ਉਹ ਚਾਹੁੰਦਾ ਹੈ। ਮਨ ਬੜੀਆਂ ਭੈੜੀਆਂ ਚਾਲਾਂ ਵੀ ਚੱਲਣਾ ਚਾਹੁੰਦਾ ਹੈ ਤੇ ਕੀ ਸਤਿਗੁਰੂ ਉਹਨਾਂ ਦੀਆਂ ਭੈੜੀਆਂ ਚਾਲਾਂ ਵਿੱਚ ਉਹਨੂੰ ਸਫਲਤਾ ਵੀ ਦਿੰਦੇ ਆ? ਨਹੀਂ। ਪਹਿਲੀ ਗੱਲ ਕਿ ਜਿਹਨੂੰ ਇਹ ਗੱਲ ਸਮਝ ਆ ਗਈ ਨਾ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ। ਹੁਣ ਉਹ ਕਿਹਨੂੰ ਬੁਝਾਏ, ਕਿਹਨੂੰ ਸਮਝਾਏਗਾ? ਜਿਹਨੇ ਮਨ ਵੇਚੈ ਸਤਿਗੁਰ ਕੇ ਪਾਸ, ਜਿਹਨੇ ਮਨ ਸਤਿਗੁਰੂ ਨੂੰ ਸਮਰਪਣ ਕੀਤਾ ਉਹਨੂੰ ਪਤਾ ਲੱਗਾ ਵੀ ਮਨ ਚਿੰਦਿਆਂ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ। ਜਦੋਂ ਉਹ ਮਨ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਇਹ ਸਮਝ ਜਾਏਗਾ ਤੇ ਸੱਚ ਜਾਣਨਾ ਉਸ ਦਿਨ ਮਨ ਵਿੱਚ ਕੋਈ ਮਾੜੀ ਇੱਛਾ ਰਹਿ ਹੀ ਨਹੀਂ ਜਾਏਗੀ। ਉਸ ਦਿਨ ਮਨ ਵਿੱਚ ਕੋਈ ਮਾੜੀ ਵਿਚਾਰ, ਮਾੜਾ ਖਿਆਲ, ਕੋਈ ਮਨ ਦੀ ਮਾੜੀ ਮੰਗ ਰਹਿ ਹੀ ਨਹੀਂ ਜਾਏਗੀ। ਮਨ ਜੋ ਵੀ ਮੰਗੇਗਾ ਚੰਗਾ ਹੀ ਮੰਗੇਗਾ। ਮਨ ਜੋ ਵੀ ਇੱਛਾ ਰੱਖੇਗਾ ਉਹ ਚੰਗੀ ਹੀ ਰੱਖੇਗਾ। ਇਸ ਲਈ ਮਨ ਜਿਹਦਾ ਗੁਰੂ ਨੂੰ ਸਮਰਪਣ ਹੋਇਆ ਤੇ ਜੋ ਸਤਿਗੁਰੂ ਜੀ ਕੋਲੋਂ ਮਨ ਵਿੱਚ ਇੱਛਾ ਰੱਖ ਕੇ ਮੰਗਿਆ ਉਹ ਸਾਰੇ ਦੇ ਸਾਰੇ ਹੀ ਫਲ ਸਤਿਗੁਰੂ ਦੇ ਪਾਸ ਨੇ। ਕਿਉਂਕਿ ਸਤਿਗੁਰੂ ਕੀ ਹੈ? ਮਨ ਕਾਮਨਾ ਤੀਰਥ ਹੈ। ਇਹ ਉਹ ਤੀਰਥ ਹੈ ਜਿਹੜਾ ਮਨ ਦੀ ਕਾਮਨਾ ਪੂਰੀ ਕਰਨ ਵਾਲਾ। ਪਰ ਇਹ ਉਦੋਂ ਹੋਏਗਾ ਜਦੋਂ ਮਨ ਸਤਿਗੁਰੂ ਨੂੰ ਸਮਰਪਣ ਕਰਾਂਗੇ ਆਪਾਂ। ਨਹੀਂ ਤੇ ਮਾੜਾ ਕਰਮ ਕਰਨ ਵਾਲਾ ਵੀ ਆ ਕੇ ਅਰਦਾਸ 'ਚ ਕਹੇਗਾ ਵੀ ਮੇਰੀ ਕਾਮਨਾ ਪੂਰੀ ਕਰ ਦਿਓ, ਤੇ ਕੀ ਫਿਰ ਸਤਿਗੁਰੂ ਮਹਾਰਾਜ ਉਹਦੀ ਕਾਮਨਾ ਪੂਰੀ ਕਰਕੇ ਉਹਦੀ ਮਾੜੇ ਕੰਮ ਵਿੱਚ ਉਹਦੀ ਮਦਦ ਕਰਨਗੇ? ਨਹੀਂ। ਇਹ ਹੀ ਆਪਾਂ ਸਮਝ ਕੇ ਚੱਲਣਾ ਹੈ ਕਿ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਮਰਪਣ ਕੀਤਾ ਹੈ। ਫਿਰ ਉਹਦੇ ਮਨ ਵਿੱਚ ਕੋਈ ਮਾੜੀ ਮੰਗ, ਮਾੜੀ ਇੱਛਾ, ਮਾੜਾ ਫੁਰਨਾ ਰਹਿ ਹੀ ਨਹੀਂ ਜਾਂਦਾ।
ਉਹ ਚੰਗਾ ਸੋਚਦਾ ਹੈ ਤੇ ਚੰਗਾ ਹੀ ਮੰਗਦਾ, ਚੰਗੀਆਂ ਹੀ ਇੱਛਾਵਾਂ ਉਹਦੇ ਅੰਦਰ ਹੁੰਦੀਆਂ ਨੇ। ਇਸ ਲਈ ਜੋ ਉਹ ਮਨ ਵਿੱਚ ਇੱਛਾ ਰੱਖਦਾ ਹੈ, ਸਾਹਿਬ ਕਹਿੰਦੇ ਜੋ ਇੱਛਾ ਸੋ ਫਲ ਪਾਏ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਸ਼ਬਦ ਪੜ੍ਹਨਾ ਬੜਾ ਸੌਖਾ ਹੈ, ਔਰ ਕਹਿ ਕੇ ਵੀ ਕਹਿਣਾ ਵੀ ਮਹਾਰਾਜ ਜੀ ਉਹ ਤੁਸੀਂ ਕਹਿੰਦੇ ਹੋ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਵੀ ਜੋ ਤੁਸੀਂ ਆਪਣੇ ਠਾਕੁਰ ਮਾਲਕ ਤੋਂ ਮੰਗੋਗੇ ਉਹ ਤੁਹਾਡਾ ਮਾਲਕ ਤੁਹਾਨੂੰ ਦੇਵੇਗਾ। ਪਰ ਅਸੀਂ ਜੇ ਕਹੀਏ ਵੀ ਸਾਡੇ ਗੁਆਂਢੀਆਂ ਦੇ ਘਰ ਕਦੇ ਬਰਕਤ ਹੀ ਨਾ ਪਵੇ ਤੇ ਜੋ ਅਸੀਂ ਮੰਗ ਰਹੇ ਹਾਂ ਤੁਸੀਂ ਦਿਓਗੇ? ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਤਾਂ ਸੰਤਾਨ ਔਲਾਦ ਹੈ, ਪਰ ਸਾਡੇ ਪਰਿਵਾਰ ਦੇ ਵਿੱਚ ਜਿਵੇਂ ਪ੍ਰਿਥੀ ਚੰਦ ਦੀ ਸੋਚ ਸੀ, ਜਿਵੇਂ ਕਰਮੋਂ ਦੀ ਸੋਚ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ, ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਕਦੇ ਕੋਈ ਸੰਤਾਨ ਜਿਹੜੀ ਆ ਉਹ ਹੋਵੇ ਹੀ ਨਾ। ਹੁਣ ਉਹਦੀ ਸੋਚ ਸੀ। ਫਿਰ ਇੱਥੇ ਕਵਾਂਗੇ ਜੋ ਮੰਗੇ ਠਾਕੁਰ ਆਪਣੇ ਤੇ ਕੀ ਪੂਰੀ ਹੋ ਗਈ? ਨਹੀਂ ਹੋਈ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਜੇ ਆਪਾਂ ਕਿਸੇ ਪ੍ਰਥਾਏ ਵੀ ਮਾੜਾ ਸੋਚ ਕੇ ਕਹੀਏ ਵੀ ਫਲਾਣੇ ਦਾ ਇਹ ਮਾੜਾ ਜਿਹੜਾ ਉਹ ਹੋ ਜਾਏ, ਮੇਰੇ ਘਰ ਖੁਸ਼ੀਆਂ ਆਉਣ ਤੇ ਦੂਜਿਆਂ ਦੇ ਘਰ ਖੁਸ਼ੀ ਆਵੇ ਹੀ ਕੋਈ ਨਾ, ਤੇ ਕੀ ਇਹ ਮੰਗ ਪੂਰੀ ਹੋ ਜਾਏਗੀ? ਨਹੀਂ। ਸਾਹਿਬ ਕਹਿੰਦੇ ਇਹ ਪੰਕਤੀ ਢੁੱਕਦੀ ਕਿਹਦੇ ਤੇ ਹੈ? ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਿਹਦੇ ਤੇ ਢੁੱਕਦੀ ਹੈ? ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਮਹਾਰਾਜ ਕਹਿੰਦੇ ਦਾਸ, ਪਹਿਲਾਂ ਇੱਥੇ ਦਾਸ ਬਣਨਾ ਪੈਣਾ ਮਨ ਕਰਕੇ, ਤੇ ਜਦੋਂ ਤੁਸੀਂ ਮਨ ਕਰਕੇ ਦਾਸ ਬਣ ਜਾਓਗੇ ਤੇ ਫਿਰ ਉੱਥੇ ਕਿਸੇ ਦਾ ਮਾੜਾ ਮੰਗ ਹੀ ਨਹੀਂ ਸਕੋਗੇ। ਉੱਥੇ ਕਿਸੇ ਦਾ ਮਾੜਾ ਫੁਰਨਾ ਤੁਹਾਡੇ ਮਨ ਵਿੱਚ ਬਣੇਗਾ ਹੀ ਨਹੀਂ, ਕਿਸੇ ਦੇ ਪਰਥਾਏ। ਇਸ ਲਈ ਜਿਹੜਾ ਦਾਸ ਬਣ ਗਿਆ, ਜਿਹੜਾ ਗੋਲਾ ਬਣ ਗਿਆ, ਸੇਵਕ ਬਣ ਗਿਆ, ਇਹ ਮਨ ਕਰਕੇ ਬਣਨਾ ਹੈ। ਮੁਰੀਦ ਬਣ ਗਿਆ, ਗੋਲਾ ਬਣ ਗਿਆ, ਸੇਵਕ ਬਣ ਗਿਆ, ਦਾਸ ਬਣ ਗਿਆ, ਇਹ ਸਰੀਰ ਨੇ ਨਹੀਂ ਬਣਨਾ, ਇਹ ਮਨ ਨੇ ਬਣਨਾ ਹੈ। ਤੇ ਜਿਹਦਾ ਮਨ ਸੇਵਕ ਬਣ ਗਿਆ ਉਹ ਕਦੇ ਮਾੜਾ ਨਹੀਂ ਮੰਗ ਸਕਦਾ। ਇਸ ਲਈ ਮਹਾਰਾਜ ਕਹਿੰਦੇ ਤੂੰ ਦਾਸ ਬਣ ਕੇ ਜੋ ਮੰਗੇਗਾ ਉਹੀ ਕੁਛ ਤੇਰੇ ਮਨ ਦੀ ਮੁਰਾਦ ਪੂਰੀ ਹੋਵੇਗੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਉਹ ਕੁਛ ਤੈਨੂੰ ਮਿਲੇਗਾ। ਤੇ ਦੂਜੀ ਗੱਲ, ਜੇ ਤੂੰ ਦਾਸ ਬਣ ਕੇ ਜੋ ਮੁਖ ਤੋਂ ਕਹੇਗਾ ਸੱਚ ਜਾਣੀ, ਉਹ ਲੋਕ ਵਿੱਚ ਵੀ ਸੱਤ ਤੇ ਪਰਲੋਕ ਵਿੱਚ ਵੀ ਸੱਤ ਹੋ ਜਾਏਗਾ। ਉਹ ਕੌਣ ਸੀ? ਉਹ ਸੀ ਧੰਨ ਬਾਬਾ ਬੁੱਢਾ ਸਾਹਿਬ, ਜਿਹਨੂੰ ਸਾਹਿਬ ਕਹਿੰਦੇ ਸੀ ਕਿ ਤੁਹਾਡਾ ਬੋਲਿਆ ਬੋਲ ਦੋਵੇਂ ਥਾਵੇਂ ਪ੍ਰਵਾਨ ਹੈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਬੋਲਿਆ ਪ੍ਰਵਾਨ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਗੁਰੂ ਸਾਹਿਬ ਕਹਿੰਦੇ ਜਿਹੜਾ ਦਾਸ ਬਣ ਗਿਆ ਉਹ ਬੋਲ ਜਿਹੜਾ ਬੋਲ ਦੇਵੇ ਉਹਦਾ ਇੱਥੇ ਵੀ ਪ੍ਰਵਾਨ ਤੇ ਉੱਥੇ ਮਾਲਕ ਦੇ ਘਰ ਵੀ ਪ੍ਰਵਾਨ ਹੈ। ਇਸ ਲਈ ਕਹਿ ਰਹੇ ਨੇ ਕਿ ਮਨ ਤੂੰ ਹਰੀ ਦੇ ਨਾਮ ਦਾ ਰਸ ਚੱਖ। ਜਦੋਂ ਤੂੰ ਹਰੀ ਦੇ ਨਾਮ ਦਾ ਰਸ ਚੱਖੇਗਾ ਤ੍ਰਿਸ਼ਨਾ ਅੰਦਰੋਂ ਮੁੱਕ ਜਾਏਗੀ। ਕਿਉਂਕਿ ਮੈਂ ਸਤਿਗੁਰੂ ਜੀ ਦੇ ਚਰਨਾਂ ਨੂੰ ਸਿਮਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਨੂੰ ਜਾਣਿਆ ਹੈ ਕਿ ਸੱਚਾ ਗੁਰੂ ਹੀ ਤੀਰਥ ਹੈ, ਜਿੱਥੇ ਆ ਕੇ ਮਨ ਦੀ ਕਾਮਨਾ ਪੂਰੀ ਹੁੰਦੀ ਹੈ, ਜੋ ਮਨ ਚਾਹੁੰਦਾ ਹੈ ਉਹ ਵੀ ਮਿਲਦਾ ਹੈ। ਔਰ ਜਿੰਨੀਆਂ ਵੀ ਮਨ ਦੀਆਂ ਇੱਛਾਵਾਂ ਨੇ, ਜੋ ਇੱਛਾ ਸੋ ਫਲ ਪਾਏ, ਉਹ ਸਾਰੇ ਦੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਨਾਉ ਧਿਆਈ ਹੈ ਨਾਉ ਮੰਗੀ ਹੈ। ਇਸ ਲਈ ਸੇਵਕ ਬਣ ਕੇ ਮਨ ਵਿੱਚ ਸਤਿਗੁਰ ਕੇ ਪਾਸ ਵਾਲੀ ਅਵਸਥਾ ਬਣਾ ਕੇ ਕੀ ਕਰੀਏ? ਨਾਮ ਨੂੰ ਧਿਆਓ। ਦੋ ਗੱਲਾਂ, ਇੱਕ ਤੇ ਜੇ ਰਸ ਚੱਖਣਾ ਚਾਹੁੰਦੇ ਹੋ ਤੇ ਜਾਂ ਦੂਜਾ ਫਿਰ ਜੋ ਮਨ ਦੀ ਇੱਛਾ ਮਨ ਦੇ ਵਿੱਚ ਰੱਖਣਾ ਚਾਹੁੰਦੇ ਹੋ ਉਹ ਕੀ ਹੈ? ਜੇ ਰਸ ਚੱਖਣਾ ਤੇ ਮਹਾਰਾਜ ਕਹਿੰਦੇ ਨਾਉ ਧਿਆਈ ਹੈ, ਸੱਚੇ ਨਾਮ ਨੂੰ ਧਿਆਉਣਾ ਕਰੋ। ਤੇ ਜੇ ਇੱਛਾ ਮਨ ਵਿੱਚ ਰੱਖਣੀ ਹੈ ਤੇ ਕੀ ਹੈ? ਨਾਉ ਮੰਗੀ ਹੈ। ਫਿਰ ਤੁਸੀਂ ਕੀ ਹੈ? ਮੰਗਣਾ। ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਅਸੀਂ ਕਦੇ ਵੀ ਫਿਰ ਇੱਥੇ ਆ ਕੇ
ਦੁਨਿਆਵੀ ਪਦਾਰਥਾਂ ਦੀ ਮੰਗ ਨਹੀਂ, ਇੱਥੇ ਫਿਰ ਇੱਕੋ ਹੀ ਸਾਡੀ ਮੰਗ ਹੋਏਗੀ ਕਿ ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇਹ ਮਾਲਕ ਜੀਓ, ਮੰਗਾਂ ਬਹੁਤ ਸੀ ਮੇਰੇ ਅੰਦਰ, ਪਰ ਜਦੋਂ ਇੱਥੇ ਗੁਰੂ ਤੀਰਥ ਤੇ ਆ ਕੇ ਮਨ ਕਰਕੇ ਚੁੱਭੀ ਲਾਈ ਤੇ ਫਿਰ ਇੱਥੇ ਸਾਰੀਆਂ ਬਾਹਰ ਦੀਆਂ ਮੰਗਾਂ ਜਿਹੜੀਆਂ ਸੀ ਖਤਮ ਹੋ ਗਈਆਂ। ਇੱਕੋ ਹੀ ਮੰਗ ਰਹਿ ਗਈ, ਬਸ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ, ਬਸ ਆਹ ਮੰਗ ਰਹਿ ਗਈ। ਸਾਹਿਬ ਕਹਿੰਦੇ ਨਾਉ ਧਿਆਈ ਐ ਨਾਉ ਮੰਗੀ ਐ, ਨਾਮੇ ਸਹਿਜ ਸਮਾਏ। ਜਦੋਂ ਤੁਸੀਂ ਨਾਮ ਧਿਆਓਗੇ, ਨਾਮ ਦੀ ਦਾਤ ਮੰਗੋਗੇ, ਫਿਰ ਨਾਮ ਵਿੱਚ ਲੀਨ ਹੋ ਕੇ ਤੁਹਾਡੇ ਅੰਦਰ ਅਡੋਲਤਾ ਬਣ ਜਾਏਗੀ। ਤੁਸੀਂ ਮਨ ਕਰਕੇ ਮਾਨਸਿਕ ਮੰਡਲ ਦੇ ਵਿੱਚ ਤੁਹਾਡੀ ਅਡੋਲਤਾ ਜਦੋਂ ਬਣ ਗਈ ਤੇ ਮਨ ਟਿਕ ਜਾਏਗਾ। ਇਸ ਲਈ ਮਨ ਮੇਰੇ ਹਰ ਰਸ ਚਾਖ, ਤੂੰ ਪਰਮੇਸ਼ਵਰ ਦੇ ਨਾਮ ਦਾ ਰਸ ਚੱਖ। ਸਤਿਗੁਰੂ ਰੂਪੀ ਤੀਰਥ ਕੋਲ ਆ ਕੇ ਇਸ ਨਾਮ ਦੇ ਵਿੱਚ ਮਨ ਕਰਕੇ ਚੁੱਭੀ ਲਾ ਤੇ ਇਸ ਨਾਮ ਦਾ ਰਸ ਜਿਹੜਾ ਉਹ ਤੂੰ ਚਖਣਾ ਕਰ। ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਦਾਨ, ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ, ਹਿਰਦੈ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ। ਗੁਰੂ ਅਮਰਦਾਸ ਮਹਾਰਾਜ ਦੂਸਰੇ ਪਦੇ ਵਿੱਚ ਕਿਰਪਾ ਕਰਦੇ। ਸਭ ਕਹਿੰਦੇ ਜਿਨੀ ਸਤਿਗੁਰ ਸੇਵਿਆ, ਪਹਿਲੇ ਪਦੇ ਵਿੱਚ ਗੱਲ ਕੀਤੀ ਸੀ ਹਉ ਸਤਿਗੁਰ ਸੇਵੀ ਆਪਣਾ, ਵੀ ਮੈਂ ਸੱਚੇ ਗੁਰੂ ਨੂੰ ਸਿਮਰਿਆ ਹੈ। ਹੁਣ ਸਭ ਕਹਿੰਦੇ ਜਿਨੀ, ਜਿਨੀ ਦਾ ਅਰਥ ਹੈ ਜਿਨ੍ਹਾਂ ਨੇ, ਜਿਨੀ ਸਤਿਗੁਰ ਸੇਵਿਆ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸਿਮਰਿਆ ਜਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭਾਵਨਾ ਨਾਲ ਸੇਵਾ ਕੀਤੀ। ਤਿੰਨੀ ਪਾਇਆ ਨਾਮ ਨਿਧਾਨ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਿਆਰ ਭਾਵਨਾ ਨਾਲ ਜੁੜ ਕੇ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਚਿਤ ਲਾ ਕੇ ਜਿਨ੍ਹਾਂ ਨੇ ਸੇਵਾ ਕੀਤੀ। ਤਿੰਨੀ ਪਾਇਆ ਨਾਮ ਨਿਧਾਨ, ਉਹਨਾਂ ਨੇ ਫਿਰ ਸਤਿਗੁਰੂ ਕੋਲੋਂ ਨਾਮ ਦਾ ਖਜ਼ਾਨਾ ਲੈ ਲਿਆ। ਉਹਨਾਂ ਨੇ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ, ਸੱਚੇ ਨਾਮ ਦਾ। ਅੰਤਰ ਹਰ ਰਸ ਰਵ ਰਹਿਆ, ਫਿਰ ਜਿਨ੍ਹਾਂ ਨੇ ਨਾਮ ਦਾ ਨਿਧਾਨ, ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ, ਕਹਿੰਦੇ ਉਹਨਾਂ ਦੇ ਅੰਦਰ ਮਨ ਦੇ ਵਿੱਚ ਹਰੀ ਦੇ ਨਾਮ ਦਾ ਰਸ ਜਿਹੜਾ ਸੀ ਉਹ ਰਵ ਰਹਿਆ, ਰਵ ਗਿਆ, ਭਾਵ ਲੀਨ ਹੋ ਗਿਆ, ਸਮਾ ਗਿਆ। ਜਿਹਨੂੰ ਕਹਿ ਸਕਦੇ ਹਾਂ ਕਿ ਮਨ ਅੰਦਰ ਨਾਮ ਦੇ ਰਸ ਵਿੱਚ ਤਰ ਹੋ ਗਿਆ, ਨਾਮ ਦੇ ਰਸ ਵਿੱਚ ਭਿੱਜ ਗਿਆ। ਜਦੋਂ ਸਤਿਗੁਰੂ ਦੇ ਦਰ ਤੇ ਸੱਚੇ ਭਾਵਨਾ ਰੱਖ ਕੇ ਸੇਵਾ ਕੀਤੀ ਤਾਂ ਗੁਰੂ ਸਾਹਿਬ ਨੇ ਤਰੁੱਠ ਕੇ ਨਾਮ ਦਾ ਧਨ ਖਜ਼ਾਨਾ ਦਿੱਤਾ। ਉਹਦੇ ਵਿੱਚ ਫਿਰ ਜਿਹੜਾ ਰਸ ਸੀ ਮਨ ਉਹਦੇ ਅੰਦਰ ਲੀਨ ਹੋ ਗਿਆ। ਤੇ ਜਦੋਂ ਮਨ ਉਹਦੇ ਵਿੱਚ ਲੀਨ ਹੋਇਆ, ਚੂਕਾ ਮਨ ਅਭਿਮਾਨ, ਮਨ ਵਿੱਚ ਜਿਹੜਾ ਅਭਿਮਾਨ ਭਰਿਆ ਪਿਆ ਸੀ ਨਾ, ਉਹ ਸਾਰੇ ਦਾ ਸਾਰਾ ਅਭਿਮਾਨ ਅੰਦਰੋਂ ਮੁੱਕ ਗਿਆ। ਹੁਣ ਮਨ ਵਿੱਚ ਹਉਮੈ ਦਾ ਕਣ ਵੀ ਨਹੀਂ ਰਿਹਾ। ਮਨ ਦੇ ਅੰਦਰ ਹਉਮੈ ਦਾ ਕੰਡਾ ਵੀ ਜਿਹੜਾ ਚੁੱਭਦਾ ਸੀ ਉਹ ਵੀ ਨਿਕਲ ਗਿਆ। ਕਦੋਂ? ਜਦੋਂ ਸਤਿਗੁਰੂ ਨੇ ਨਾਮ ਦਾ ਖਜ਼ਾਨਾ ਦੇ ਦਿੱਤਾ। ਤੇ ਉਸ ਖਜ਼ਾਨੇ ਵਿੱਚੋਂ ਜਦੋਂ ਰਸ ਅੰਦਰ ਮਿਲਿਆ, ਉਸ ਰਸ ਨੇ ਅਭਿਮਾਨ ਕੱਢ ਕੇ ਰੱਖ ਦਿੱਤਾ। ਹਉਮੈ ਦੀ ਬੋਲੀ ਜਿਹੜੀ ਸੀ ਹੁਣ ਮਨ ਨਹੀਂ ਬੋਲਦਾ, ਕਿਉਂਕਿ ਹੁਣ ਪਰਮੇਸ਼ਵਰ ਦੇ ਨਾਮ ਦਾ ਰਸ ਮਿਲ ਗਿਆ। ਹਿਰਦੈ ਕਮਲ ਪਰਗਾਸਿਆ, ਪਹਿਲਾਂ ਕੀ ਸੀ? ਹਿਰਦਾ ਕੁਮਲਾਇਆ ਪਿਆ ਸੀ। ਹਿਰਦੇ ਵਿੱਚ ਕੀ ਹੈ? ਹਿਰਦੇ ਵਿੱਚ ਸਾਡੀ ਜੀਵ ਆਤਮਾ ਜਿਹੜੀ ਕੁਮਲਾਈ ਪਈ ਹੈ, ਜਿਹਨੂੰ ਰਸ ਨਹੀਂ ਸੀ ਮਿਲ ਰਿਹਾ। ਇੱਥੇ ਇੱਕ ਗੱਲ ਕਲੀਅਰ ਹੋ ਗਈ ਨਾ ਕਿ ਮਨ ਨੇ ਸਰੀਰ ਦੇ ਨਾਲ ਜੁੜ ਕੇ ਕੀ ਲੈਣਾ ਸੀ? ਪ੍ਰਾਣੀ ਤੂੰ ਆਇਆ ਲਾਹਾ ਲੈਣ। ਉਹ ਕਿਹੜਾ ਲਾਹਾ ਸੀ? ਆ ਨਾਮ ਦੇ ਰਸ ਦਾ।
ਕਿਉਂਕਿ ਇਹ ਰਸ ਮਨ ਤੋਂ ਅੱਗੇ ਕੀ ਜਾਣਾ ਹੈ? ਹਿਰਦੇ ਵਿੱਚ। ਮਨ ਕਿੱਥੇ ਹੈ? ਸਾਡਾ ਦਿਮਾਗ, ਸਾਡਾ ਮਾਈਂਡ, ਸਾਡਾ ਸਿਰ ਦੇ ਵਿੱਚ। ਤੇ ਹਿਰਦਾ ਕਿਹਨੂੰ ਕਹਿੰਦੇ ਆ? ਹਿਰਦਾ ਕਹਿੰਦੇ ਆ ਜਿੱਥੇ ਦਿਲ ਹੈ ਅੰਦਰ। ਹੁਣ ਸਾਹਿਬ ਕਹਿੰਦੇ ਮਨ ਨੇ ਰਸ ਲਿਆ ਤੇ ਹਿਰਦਾ ਖਿੜ ਗਿਆ। ਵਿਚਾਰ ਨੂੰ ਸਮਝਣ ਦਾ ਯਤਨ ਕਰਿਓ ਵੀ ਮਨ ਨੇ ਨਾਮ ਦਾ ਰਸ ਚਖਿਆ ਤੇ ਖਿੜ ਕੌਣ ਗਿਆ? ਹਿਰਦਾ। ਹਿਰਦੇ ਵਿੱਚ ਕੀ ਹੈ? ਜੀਵ ਆਤਮਾ। ਉਹ ਜਿਹੜੀ ਕੁਮਲਾਈ ਪਈ ਸੀ, ਉਹਨੂੰ ਨਾਮ ਦਾ ਰਸ ਨਹੀਂ ਸੀ ਮਿਲ ਰਿਹਾ। ਹੁਣ ਮਨ ਨੇ ਜਦੋਂ ਉਹ ਲਾਹਾ ਲੈ ਲਿਆ ਸਤਿਗੁਰੂ ਨੂੰ ਸਿਮਰ ਕੇ, ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਕੇ, ਜਦੋਂ ਉਹ ਰਸ ਲਿਆ, ਅੰਤਰ ਹਰ ਰਸ ਰਵ ਰਹਿਆ। ਚੂਕਾ ਮਨ ਅਭਿਮਾਨ। ਮਨ ਵਿੱਚੋਂ ਜਦੋਂ ਅਭਿਮਾਨ ਮੁੱਕ ਗਿਆ, ਹਿਰਦੇ ਕਮਲ ਪਰਗਾਸਿਆ। ਹਿਰਦਾ ਜਿਹੜਾ ਸੀ ਕਹਿੰਦੇ ਅੰਦਰ ਉਹ ਖਿੜ ਗਿਆ। ਕਿਵੇਂ? ਕਮਲ ਦੀਆਂ ਪੰਖੜੀਆਂ ਦੀ ਤਰ੍ਹਾਂ, ਜਿਵੇਂ ਫੁੱਲ ਖਿੜਦਾ ਨਾ, ਹਿਰਦਾ ਕਹਿੰਦੇ ਇਸ ਤਰ੍ਹਾਂ ਖੁਸ਼ੀ ਨਾਲ ਭਰ ਗਿਆ। ਲਾਗਾ ਸਹਿਜ ਧਿਆਨ। ਅੰਦਰ ਫਿਰ ਅਡੋਲਤਾ। ਉਸ ਅਡੋਲਤਾ ਦੇ ਵਿੱਚ ਧਿਆਨ ਅਕਾਲ ਪੁਰਖ ਜੀ ਦੇ ਨਾਲ ਲੱਗ ਗਿਆ। ਅਸੀਂ ਕਹਿੰਦੇ ਹਾਂ ਸਾਡਾ ਧਿਆਨ ਨਹੀਂ ਲੱਗਦਾ, ਬਾਣੀ ਬੜੀ ਪੜ੍ਹਦੇ ਹਾਂ, ਬੜੀ ਸੁਣਦੇ ਹਾਂ, ਪਰ ਕੀ ਕਰੀਏ? ਧਿਆਨ ਨਹੀਂ ਲੱਗਦਾ ਸਾਡਾ। ਤੇ ਇੱਥੋਂ ਤੱਕ ਈਵਨ ਅਰਦਾਸ ਵਿੱਚ ਵੀ ਧਿਆਨ ਨਹੀਂ ਲੱਗਦਾ। ਤੇ ਉਹਦਾ ਕਾਰਨ ਕੀ ਹੈ? ਕਿ ਹਜੇ ਮਨ ਨੇ ਨਾਮ ਦਾ ਖਜ਼ਾਨਾ ਨਹੀਂ ਲਿਆ, ਹਜੇ ਮਨ ਨੇ ਨਾਮ ਦਾ ਰਸ ਨਹੀਂ ਚਖਿਆ। ਕਿਉਂਕਿ ਜਿਸ ਦਿਨ ਮਨ ਨਾਮ ਦਾ ਰਸ ਲੈ ਲੇਗਾ ਨਾ, ਉਸ ਦਿਨ ਕੀ ਹੋਏਗਾ? ਲਾਗਾ ਸਹਿਜ ਧਿਆਨ। ਉਦੋਂ ਫਿਰ ਅਡੋਲਤਾ ਵਿੱਚ ਧਿਆਨ ਮਾਲਕ ਦੇ ਚਰਨਾਂ ਵਿੱਚ ਲੱਗ ਜਾਏਗਾ। ਮਨ ਨਿਰਮਲ ਹਰ ਰਵ ਰਹਿਆ। ਪਾਇਆ ਦਰਗਹ ਮਾਨ। ਦਰਗਹ ਹਾਏ ਨੂੰ ਸਿਹਾਰੀ, ਦਰਗਾਹ ਦੇ ਵਿੱਚ, ਮਾਲਕ ਦੇ ਘਰ 'ਚ। ਕਹਿੰਦੇ ਜਦੋਂ ਮਨ ਪਵਿੱਤਰ ਹੋ ਗਿਆ, ਇਸ ਨਾਮ ਦੇ ਰਸ ਨੇ ਮਨ ਦੀ ਮੈਲ ਵੀ ਧੋ ਕੇ ਰੱਖ ਦਿੱਤੀ, ਮਨ ਦੀ ਮਲੀਨਤਾ ਵੀ ਅੰਦਰੋਂ ਖਤਮ ਕਰਤੀ। ਮਨ ਬਿਲਕੁਲ ਪਵਿੱਤਰ ਹੋ ਗਿਆ। ਜਦੋਂ ਮਨ ਪਵਿੱਤਰ ਹੋਇਆ ਤੇ ਹਰੀ ਦੇ ਨਾਮ ਵਿੱਚ ਲੀਨ ਹੋ ਗਿਆ, ਤੇ ਕਹਿੰਦੇ ਫਿਰ ਇਹਨੂੰ ਦਰਗਾਹ ਵਿੱਚ ਮਾਣ ਮਿਲਿਆ। ਉਹ ਮਾਲਕ ਦੇ ਘਰ ਵਿੱਚੋਂ ਦੀ ਇਹਨੂੰ ਮਾਣ ਪ੍ਰਾਪਤ ਹੁੰਦਾ ਹੈ। ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ। ਹਉ ਮੈਂ ਮਮਤਾ ਮਾਰ ਕੇ ਹਰ ਰਾਖਿਆ ਔਰ ਤਾਰ। ਹਉ ਤਿਨ ਕੈ ਬਲਿਹਾਰ ਜਿਨਾ ਨਾਮੇ ਲੱਗਾ ਪਿਆਰ। ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮ ਅਖੁੱਟ ਅਪਾਰ। ਗੁਰੂ ਅਮਰਦਾਸ ਮਹਾਰਾਜ ਜੀ ਫਿਰ ਤੀਸਰੇ ਪਦੇ ਵਿੱਚ ਕਿਰਪਾ ਕਰਦੇ। ਸਭ ਕਹਿੰਦੇ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ। ਜਿਹੜੇ ਸੱਚੇ ਗੁਰੂ ਦੇ ਚਰਨਾਂ ਦੀ ਸੇਵਾ ਵਿੱਚ ਜੁੜਨ ਆਪਣਾ ਸਮਝ ਕੇ, ਉਹ ਦੁਨੀਆ ਦੇ ਵਿੱਚ ਗੁਰੂ ਕੇ ਪਿਆਰੇ ਵਿਰਲੇ ਨੇ, ਵਿਰਲੇ ਨੇ। ਹੁਣ ਸੇਵਕ ਸਿੱਖ ਤਾਂ ਸਾਰੇ ਹੀ ਸਤਿਗੁਰੂ ਕੋਲ ਆਉਂਦੇ ਆ, ਪਰ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੇ ਨੇ, ਮਾਫ ਕਰਨਾ, ਉਹਨਾਂ ਵਿੱਚੋਂ ਵਿਰਲੇ ਹੁੰਦੇ ਆ ਜਿਨ੍ਹਾਂ ਨੂੰ ਸਤਿਗੁਰੂ ਦੀ ਸਮਝ ਹੁੰਦੀ ਹੈ। ਜੋ ਵਿਰਲੇ ਹੁੰਦੇ ਨੇ ਜਿਹੜੇ ਸਤਿਗੁਰੂ ਦਾ ਬਚਨ ਸੁਣਨ ਤੇ ਮੰਨਣ ਲਈ ਆਉਂਦੇ ਆ। ਕਈ ਤੇ ਸਿਰਫ ਰਸਮ ਹੀ ਨਿਭਾਉਣ ਆਉਂਦੇ ਆ, ਵੀ ਚਲੋ ਮੱਥਾ ਟੇਕਣਾ ਸਾਡਾ ਕੰਮ ਹੈ, ਤੇ ਮੱਥਾ ਟੇਕੇ ਤੇ ਉਹ ਗਏ। ਜਾਂ ਫਿਰ ਗੁਰੂ ਦੁਆਰੇ ਜਾਂ ਕਿਸੇ ਇਤਿਹਾਸਕ ਅਸਥਾਨ ਤੇ ਗਏ ਆ, ਉੱਥੋਂ ਦੀ ਆਪਾਂ ਇੱਕ ਸੈਲਫੀ ਜਿਹੜੀ ਆ ਉਹ ਲਈ ਹੈ, ਤਾਂ ਕਿ ਯਾਦਗਿਰੀ ਬਣੀ ਰਵੇ ਕਿ ਮੈਂ ਇੰਨੇ ਸੰਨ ਵਿੱਚ, ਆਹ ਮਹੀਨੇ ਵਿੱਚ ਫਲਾਣੀ ਥਾਂ ਤੇ ਜਾ ਕੇ ਆਇਆ ਸਾਂ। ਬਸ ਉਹਨੂੰ ਫੋਟੋ ਨੂੰ ਦੇਖ ਦੇਖ ਕੇ ਹੀ ਖੁਸ਼ ਹੋ ਰਹੇ ਆ। ਪਰ ਜਿਸ ਦੇ ਦਰ ਤੇ ਗਏ ਸੀ ਉਹ ਕੀ ਕਹਿ ਰਹੇ ਆ, ਉਹ ਤੇ ਸੁਣਿਆ ਹੀ ਕੁਛ ਨਹੀਂ। ਠੀਕ ਹੈ, ਯਾਦਗਿਰੀ ਆਪਣੀ ਰੱਖੋ, ਰੱਖਣੀ ਚਾਹੀਦੀ ਹੈ, ਪਰ ਉਹਦੇ ਨਾਲ ਨਾਲ ਅਸੀਂ ਕਿਉਂ ਗਏ ਸੀ ਗੁਰਦੁਆਰੇ, ਇਹ ਤੇ ਸਮਝਿਆ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਵਿਰਲੇ ਨੇ ਉਹ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਉਹ ਤਾਂ ਵਿਰਲੇ ਸਨ, ਪਰ ਸੇਵਕ ਸਿੱਖ ਪੂਜਣ ਸਭ ਆਵੈ।
ਸੇਵਕ ਤੇ ਸਿੱਖ ਸਾਰੇ ਹੀ ਆ ਰਹੇ ਨੇ, ਪਰ ਉਹਨਾਂ ਵਿੱਚੋਂ ਦੀ ਪ੍ਰਵਾਨ ਕਿਹੜੇ ਹੋਏ? ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਆ, ਸਤਿਗੁਰੂ ਜੀ ਕਹਿੰਦੇ ਸਤਿਗੁਰ ਸੇਵਨ ਆਪਣਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ, ਜਿਨ੍ਹਾਂ ਨੇ ਆਪਣਾ ਸਮਝ ਕੇ ਸਤਿਗੁਰੂ ਨੂੰ ਸਿਮਰਿਆ ਸੇਵਿਆ ਹੈ, ਤੇ ਵਿਰਲੇ ਸੰਸਾਰ ਦੇ ਰਾਰੇ ਨੂੰ ਸਿਹਾਰੀ ਸੰਸਾਰ ਵਿੱਚ ਉਹ ਵਿਰਲੇ ਹੀ ਨੇ। ਹਉਮੈ ਮਮਤਾ ਮਾਰ ਕੇ, ਤੇ ਜਿਹੜੇ ਵਿਰਲੇ ਨੇ ਉਹਨਾਂ ਨੇ ਫਿਰ ਅੰਦਰੋਂ ਹਉਮੈ ਨੂੰ ਤੇ ਮਮਤਾ ਮਾਰ ਕੇ, ਮਮਤਾ ਦਾ ਅਰਥ ਹੈ ਮਾਇਆ ਦਾ ਮੋਹ, ਮਾਇਆ ਦੇ ਮੋਹ ਨੂੰ ਮਾਰ ਕੇ ਦਾ ਅਰਥ ਹੈ ਖਤਮ ਕਰ ਦਿੱਤਾ। ਹਉਮੈ ਨੂੰ ਵੀ ਅੰਦਰੋਂ ਖਤਮ ਕਰ ਦਿੱਤਾ ਤੇ ਮਾਇਆ ਦੇ ਮੋਹ ਨੂੰ ਵੀ ਅੰਦਰੋਂ ਖਤਮ ਕਰ ਦਿੱਤਾ। ਹਰ ਰਾਖਿਆ ਉਰ ਧਾਰ, ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਹੁਣ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਆ ਕੇ ਸਿਮਰਿਆ ਸੇਵਿਆ, ਉਹ ਜਿਹੜੇ ਵਿਰਲੇ ਸਨ, ਉਹਨਾਂ ਨੇ ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰਨ ਕੀਤਾ, ਤੇ ਜਿਹੜੇ ਨਹੀਂ ਗੁਰੂ ਸਤਿਗੁਰੂ ਨੂੰ ਸਿਮਰਿਆ ਸੇਵਿਆ, ਉਹ ਖਾਲੀ ਆਏ ਤੇ ਖਾਲੀ ਵਾਪਸ ਮੁੜ ਗਏ। ਉਹਨਾਂ ਦੇ ਹਿਰਦੇ ਵਿੱਚ ਫਿਰ ਇਹ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਬਣੀ ਕੋਈ ਨਹੀਂ। ਇਸ ਲਈ ਸਾਹਿਬ ਕਹਿੰਦੇ ਉਹ ਵਿਰਲੇ ਨੇ ਜਿਨ੍ਹਾਂ ਨੇ ਹਉਮੈ ਨੂੰ ਮਾਰ ਕੇ, ਮਾਇਆ ਦੇ ਮੋਹ ਦਾ ਤਿਆਗ ਕਰਕੇ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਧਾਰਨ ਕੀਤਾ। ਹਉ ਤਿਨ ਕੈ ਬਲਹਾਰਣੈ, ਜਿਨ੍ਹਾਂ ਨਾਮੇ ਲੱਗਾ ਪਿਆਰ। ਫਿਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਨਹੀਂ ਜਾਵਾਂ, ਮੈਂ ਉਹਨਾਂ ਤੋਂ ਸੱਦ ਕੇ ਜਾਵਾਂ, ਕਿਉਂਕਿ ਉਹਨਾਂ ਨੇ ਬੜਾ ਮਹਾਨ ਕੰਮ ਕੀਤਾ ਹੈ। ਅਸੀਂ ਕਿਹਦੇ ਤੋਂ ਸੱਦ ਕੇ ਬਲਹਾਰੇ ਜਾਣਾ? ਜਿਹੜਾ ਵਾਕਈ ਮਹਾਨ ਹੈ। ਕੋਈ ਪਹਿਰਾਵੇ ਦੇ ਨਾਲ ਮਹਾਨ ਨਹੀਂ ਹੁੰਦਾ। ਬੜੀ ਵਾਰ ਜ਼ਿਕਰ ਕੀਤਾ ਕਿ ਪਹਿਰਾਵੇ ਦੇ ਨਾਲ ਕੋਈ ਮਹਾਨ ਨਹੀਂ ਹੁੰਦਾ, ਪਰ ਅਸੀਂ ਗੁਣ ਨਹੀਂ ਦੇਖਦੇ, ਅਸੀਂ ਪਹਿਰਾਵਾ ਦੇਖਦੇ ਹਾਂ। ਅਸੀਂ ਕਿਸੇ ਨੂੰ ਮਾਣ ਦਿੰਦੇ ਹਾਂ ਨਾ, ਕਿਸੇ ਨੂੰ ਸਤਿਕਾਰ ਦਈਏ, ਕਿਸੇ ਨੂੰ ਰਿਸਪੈਕਟ ਦੇਣੀ ਹੋਵੇ, ਅਸੀਂ ਉਹਦਾ ਪਹਿਰਾਵਾ ਦੇਖ ਕੇ ਦਿੰਦੇ ਹਾਂ, ਉਹਦਾ ਗੁਣ ਥੋੜ੍ਹੀ ਦੇਖਦੇ ਹਾਂ। ਜਿਵੇਂ ਇੱਕ ਦਿਨ ਜ਼ਿਕਰ ਕੀਤਾ ਸੀ ਨਾ ਵੀ ਪਾਟੇ ਕੱਪੜੇ ਪਾ ਕੇ ਕੋਈ 5 ਸਟਾਰ ਹੋਟਲ ਦੇ ਅੰਦਰ ਜਾਣ ਲੱਗਾ, ਉਹਨੇ ਰੋਕ ਦਿੱਤਾ ਪਹਿਰੇਦਾਰ ਨੇ। ਉਹੀ ਬੰਦਾ ਵਧੀਆ ਸੂਟ ਬੂਟ ਪਾ ਕੇ ਆਉਂਦਾ ਤੇ ਉਹਨੂੰ ਸਲੂਟ ਮਾਰਦਾ, ਬੰਦਾ ਤੇ ਉਹੀ ਹੈ, ਪਰ ਉਹਨੂੰ ਸਲੂਟ ਕਿਉਂ ਮਾਰਿਆ? ਉਹਦਾ ਪਹਿਰਾਵਾ ਵੇਖ ਕੇ। ਉਹਨੂੰ ਧੱਕਾ ਕਿਉਂ ਦਿੱਤਾ? ਪਹਿਰਾਵਾ ਵੇਖ ਕੇ। ਬੰਦਾ ਤੇ ਉਹੀ ਸੀ। ਇਸ ਲਈ ਅਸੀਂ ਪਹਿਰਾਵਾ ਨਹੀਂ ਦੇਖ ਕੇ ਮਹਾਨ ਕਹਿਣਾ, ਅਸੀਂ ਗੁਣ ਦੇਖ ਕੇ ਮਹਾਨ ਕਹਿਣਾ ਵੀ ਵਾਕਈ ਇਹਦੇ ਵਿੱਚ ਮਹਾਨਤਾ ਵਾਲੇ ਗੁਣ ਨੇ। ਹੁਣ ਮਹਾਨ ਕਿਉਂ ਬਲਹਾਰੇ ਕਿਉਂ ਜਾ ਰਹੇ ਨੇ? ਕਿਉਂਕਿ ਹਉਮੈ ਮਮਤਾ ਮਾਰ ਕੇ, ਇਹ ਮਹਾਨ ਕੰਮ ਹੈ, ਇਹ ਸਾਰੇ ਨਹੀਂ ਕਰ ਸਕਦੇ। ਅੰਦਰੋਂ ਹਉਮੈ ਨੂੰ ਮਾਰਨਾ ਕੋਈ ਸੌਖੀ ਖੇਡ ਹੈ? ਮਾਇਆ ਦੇ ਮੋਹ ਵਿੱਚੋਂ ਦੀ ਨਿਕਲਣਾ ਕੋਈ ਸੌਖਾ ਹੈ? ਇਹ ਜਿਹਨੇ ਮਹਾਨ ਕੰਮ ਕਰ ਲਿਆ, ਹਉ ਤਿਨ ਕੈ ਬਲਹਾਰਣੈ, ਜਿਨ੍ਹਾਂ ਨਾਮੇ ਲੱਗਾ ਪਿਆਰ, ਜਿਹਦਾ ਨਾਮ ਦੇ ਨਾਲ ਪਿਆਰ ਬਣ ਆਇਆ, ਜਿਹਦੇ ਨਾਮ ਨਾਲ ਪ੍ਰੀਤ ਪਾ ਲਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਉ ਮੈਂ ਉਹਨਾਂ ਤੋਂ ਸੱਦ ਕੇ ਬਲਹਾਰੇ ਜਾਵਾਂ, ਕਿਉਂਕਿ ਸੇ ਸੁਖੀਏ ਚਾਹੋ ਜੁਗੀ, ਉਹ ਸਦਾ ਲਈ ਸੁਖੀ ਹੋ ਗਏ, ਚਾਰੇ ਦਿਸ਼ਾਵਾਂ ਵਿੱਚ ਸੁਖੀ ਹੋ ਗਏ। ਜਿਨ੍ਹਾਂ ਨਾਮ ਅਖੁੱਟ ਅਪਾਰ, ਜਿਨ੍ਹਾਂ ਨੇ ਕਦੇ ਨਾ ਮੁੱਕਣ ਵਾਲਾ ਪਰਮੇਸ਼ਵਰ ਦੇ ਨਾਮ ਦਾ ਅਪਾਰ ਰਸ ਪ੍ਰਾਪਤ ਕਰ ਲਿਆ। ਸਾਹਿਬ ਕਹਿੰਦੇ ਉਹ ਸਦਾ ਸੁਖੀ ਰਹਿੰਦੇ ਆ। ਉਹ ਜਿੱਧਰ ਮਰਜੀ ਚਲੇ ਜਾਣ, ਪੂਰਬ ਪੱਛਮ ਉੱਤਰ ਦੱਖਣ, ਜਿਸ ਪਾਸੇ ਵੀ ਤੁਰ ਜਾਣ, ਕਹਿੰਦੇ ਉਹ ਸਦਾ ਸੁਖੀ ਹੀ ਰਹਿੰਦੇ ਨੇ। ਜਿਨ੍ਹਾਂ ਨੇ ਅਖੁੱਟ ਨਾਮ ਦੀ ਬਖਸ਼ਿਸ਼ ਸਤਿਗੁਰੂ ਜੀ ਨੂੰ ਸਿਮਰ ਕੇ, ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਵਿੱਚ ਜੁੜ ਕੇ ਇਹ ਦਾਤ ਪ੍ਰਾਪਤ ਕਰ ਲਈ, ਉਹਨਾਂ ਤੋਂ ਮੈਂ ਸਦਕੇ ਜਾਵਾਂ ਜੀ। ਗੁਰ ਮਿਲਿਆ ਨਾਮ ਪਾਈਐ, ਚੂਕੈ ਮੋਹ ਪਿਆਸ, ਹਰ ਸੇਤੀ ਮਨ ਰਵ ਰਹਿਆ, ਕਰ ਹੀ ਮਾਹੇ ਉਦਾਸ, ਜਿਨਾ ਹਰ ਕਾ ਸਾਧ ਆਇਆ, ਹਉ ਤਿਨ ਬਲਿਹਾਰੈ ਜਾਸ। ਨਾਨਕ ਨਦਰੀ ਪਾਈਐ,
ਸਚ ਨਾਮ ਗੁਣ ਤਾਸ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਚੌਥੇ ਪਦੇ ਵਿੱਚ ਅੱਜ ਦੇ ਸ਼ਬਦ ਰਾਹੀਂ ਫਿਰ ਕਿਰਪਾ ਕਰਦੇ ਨੇ। ਸਭ ਕਹਿੰਦੇ ਗੁਰ ਮਿਲਿਆ ਨਾਮ ਪਾਈਐ। ਪਹਿਲਾਂ ਗੱਲ ਚੱਲ ਰਹੀ ਸੀ ਸਤਿਗੁਰ ਦੀ। ਸਤਿਗੁਰ ਦੇ ਗੁਰ ਦੇ ਰਾਰੇ ਨੂੰ ਔਂਕੜ ਸੀ, ਪਰ ਹੁਣ ਗੁਰੂ ਸਾਹਿਬ ਕਹਿੰਦੇ ਗੁਰ ਮਿਲਿਆ, ਗੁਰ ਦਾ ਰਾਰਾ ਮੁਕਤਾ। ਹੁਣ ਇੱਥੇ ਗੱਲ ਆ ਜਾਣੀ ਹੈ ਗਿਆਨ ਦੀ। ਕਹਿੰਦੇ ਨੇ ਨਾਮ ਵੀ ਉਦੋਂ ਹੀ ਤੁਸੀਂ ਪਾਓਗੇ ਜਦੋਂ ਤੁਹਾਨੂੰ ਗਿਆਨ ਹੋਏਗਾ। ਜਿੰਨਾ ਚਿਰ ਤੁਹਾਨੂੰ ਗਿਆਨ ਦਾ ਅਰਥ ਕੀ ਹੈ, ਸੋਝੀ ਹੋਏਗੀ, ਸਮਝ ਆਏਗੀ। ਜਦੋਂ ਤੱਕ ਤੁਹਾਨੂੰ ਸਮਝ ਹੀ ਨਹੀਂ ਆਈ, ਤੁਹਾਨੂੰ ਸੋਝੀ ਹੋਈ ਨਹੀਂ ਆਈ, ਤੁਸੀਂ ਇਸ ਨਾਮ ਦੀ ਦਾਤ ਪ੍ਰਾਪਤ ਕਰ ਹੀ ਨਹੀਂ ਸਕਦੇ। ਸਭ ਤੋਂ ਪਹਿਲਾਂ ਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਆਉਣੀ ਚਾਹੀਦੀ ਹੈ। ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੀ ਸਮਝ ਆਉਣੀ ਚਾਹੀਦੀ ਹੈ। ਜਿਸ ਦਿਨ ਅਸੀਂ ਗੁਰਬਾਣੀ ਨੂੰ ਸਮਝ ਲਾਂਗੇ ਉਸ ਦਿਨ ਅਸੀਂ ਨਾਮ ਦੀ ਦਾਤ ਪਾ ਲਵਾਂਗੇ। ਪਰ ਹਜੇ ਤਾਂ ਗੁਰਬਾਣੀ 'ਚੋਂ ਗਿਆਨ ਲੈਣਾ ਹੈ। ਤੇ ਸਤਿਗੁਰੂ ਜੀ ਪਹਿਲਾਂ ਕੀ ਕਰਨਗੇ? ਦੇਖੋ, ਜਿਹਦੀ ਜ਼ਿੰਦਗੀ ਵਿੱਚ ਹਨੇਰਾ ਹੈ, ਅਸੀਂ ਕੀ ਕਰਾਂਗੇ? ਪਹਿਲਾਂ ਹਨੇਰੇ ਨੂੰ ਦੂਰ ਕਰਾਂਗੇ। ਪਹਿਲਾਂ ਉਹਦੀ ਜ਼ਿੰਦਗੀ 'ਚ ਰੋਸ਼ਨੀ ਲਿਆਵਾਂਗੇ, ਉਹਦੀ ਜ਼ਿੰਦਗੀ 'ਚ ਚਾਨਣ ਲਿਆਵਾਂਗੇ, ਫਿਰ ਅਗਲੀ ਗੱਲ ਉਹਨੂੰ ਸਮਝਾਵਾਂਗੇ। ਸਾਡੀ ਜ਼ਿੰਦਗੀ 'ਚ ਹੈ ਅਗਿਆਨਤਾ ਦਾ ਹਨੇਰਾ। ਅਸੀਂ ਤੁਰੇ ਹੋਏ ਹਾਂ ਕਰਮ ਕਾਂਡ ਵਾਲੇ ਪਾਸੇ। ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਮੈਂ ਤੇਰੇ ਅਗਿਆਨਤਾ ਦੇ ਹਨੇਰੇ ਨੂੰ ਕੱਟਣਾ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਜਦੋਂ ਤੇਰੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਏਗਾ, ਜਦੋਂ ਤੈਨੂੰ ਗਿਆਨ ਹੋਏਗਾ, ਫਿਰ ਤੂੰ 2 ਕਦਮ ਅੱਗੇ ਤੁਰੇਂਗਾ। ਜਦੋਂ ਤੂੰ 2 ਕਦਮ ਅੱਗੇ ਤੁਰੇਂਗਾ, ਫਿਰ ਤੈਨੂੰ ਨਾਮ ਦੀ ਬਖਸ਼ਿਸ਼ ਮਿਲਣੀ ਹੈ। ਅਗਿਆਨਤਾ ਵਿੱਚ ਤੇ ਅਸੀਂ ਭਟਕ ਰਹੇ ਹਾਂ। ਅਗਿਆਨਤਾ ਵਿੱਚ ਤੇ ਅਸੀਂ ਹੋਰ ਥਾਵਾਂ ਤੇ ਅਧੂਰੇ ਨਾਮਾਂ ਨਾਲ ਜੁੜੇ ਹੋਏ ਹਾਂ। ਇਸ ਲਈ ਸਾਹਿਬ ਜੀ ਕਹਿੰਦੇ ਗੁਰ ਮਿਲਿਆ, ਪਹਿਲਾਂ ਤੇ ਗਿਆਨ ਮਿਲਣਾ ਚਾਹੀਦਾ ਹੈ। ਗੁਰਬਾਣੀ ਪੜ੍ਹ ਕੇ ਸਾਨੂੰ ਪਹਿਲਾਂ ਗਿਆਨ ਆਵੇ, ਸੋਝੀ ਆਵੇ। ਕਹਿੰਦੇ ਗੁਰ ਮਿਲਿਆ ਨਾਮ ਪਾਈਐ। ਜਦੋਂ ਤੁਸੀਂ ਗਿਆਨ ਮਿਲੇਗਾ, ਉਸ ਗਿਆਨ ਦੇ ਨਾਲ ਤੁਹਾਨੂੰ ਨਾਮ ਦੀ ਪ੍ਰਾਪਤੀ ਹੋਏਗੀ ਕਿ ਸੱਚਾ ਨਾਮ ਕਿਹੜਾ ਹੈ ਤੇ ਕੱਚਾ ਕਿਹੜਾ ਹੈ, ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਕਿਹੜੀ ਹੈ, ਖਸਮ ਦੀ ਬਾਣੀ ਧੁਰਕੀ ਬਾਣੀ ਕਿਹੜੀ ਹੈ ਤੇ ਦੁਨੀਆ ਦੇ ਅਧੂਰਿਆਂ ਵਾਲੇ ਪਾਸਿਓਂ ਬਣਾਈ ਹੋਈ ਬਾਣੀ ਕਿਹੜੀ ਹੈ। ਜਦੋਂ ਇਹ ਤੁਹਾਨੂੰ ਗਿਆਨ ਹੋ ਗਿਆ, ਫਿਰ ਤੁਸੀਂ ਨਾਮ ਦੀ ਪ੍ਰਾਪਤੀ ਕਰ ਸਕਦੇ ਹੋ। ਤੇ ਜਿਹਨੇ ਨਾਮ ਦੀ ਪ੍ਰਾਪਤੀ ਕੀਤੀ, ਚੁੱਕੈ ਮੋਹ ਪਿਆਸ, ਉਹਦੇ ਅੰਦਰੋਂ ਮਾਇਆ ਦਾ ਮੋਹ ਤੇ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਪਿਆਸ ਸੀ, ਚੁੱਕੈ ਦਾ ਅਰਥ ਹੈ ਮੁੱਕ ਗਈ। ਉਹ ਮਾਇਆ ਦੇ ਮੋਹ ਵਿੱਚੋਂ ਵੀ ਨਿਕਲ ਗਿਆ ਔਰ ਉਹ ਤ੍ਰਿਸ਼ਨਾ ਦੀ ਪਿਆਸ ਵੀ ਉਹਦੇ ਅੰਦਰੋਂ ਦੀ ਬੁੱਝ ਗਈ। ਹਰ ਸੇਤੀ ਮਨ ਰਵ ਰਹਿਆ, ਘਰ ਹੀ ਮਾਹੇ ਉਦਾਸ। ਕਹਿੰਦੇ ਫਿਰ ਹਰੀ ਦੇ ਨਾਮ ਨਾਲ, ਸੇਤੀ ਦਾ ਅਰਥ ਹੁੰਦਾ ਨਾਲ, ਹਰੀ ਦੇ ਨਾਮ ਨਾਲ ਮਨ ਜਿਹੜਾ ਸੀ ਇੱਕਮਿਕ ਹੋ ਗਿਆ, ਰਵ ਰਹਿਆ, ਇੱਕਮਿਕ ਹੋ ਗਿਆ। ਨਾਮ ਵਿੱਚ ਮਨ ਵਿੱਚ ਨਾਮ ਲੀਨ ਹੋ ਗਿਆ। ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਦਾ ਰੰਗ ਚੜ ਗਿਆ ਔਰ ਨਾਮ ਵਿੱਚ ਇੱਕਮਿਕ ਹੋ ਗਏ, ਘਰ ਹੀ ਮਾਹੇ ਉਦਾਸ। ਉਹ ਘਰ ਦੇ ਵਿੱਚ ਹੀ, ਉਦਾਸ ਦਾ ਅਰਥ ਉਹ ਨੈਗੇਟਿਵ ਵਾਲਾ ਪੱਖ ਨਹੀਂ, ਉਦਾਸ ਦਾ ਅਰਥ ਹੈ ਉਪਰਾਮ ਹੋ ਜਾਣਾ। ਉਹ ਇਸ ਫਿਰ ਅੰਜਨ ਮਾਹੇ ਨਰੰਜਨ ਰਹੀ ਹੈ। ਉਹ ਫਿਰ ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋ ਗਿਆ। ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਾ ਚੁਗਲੀ ਵਿਕਾਰ, ਇਹਨਾਂ ਸਾਰਿਆਂ ਤੋਂ ਕਹਿੰਦੇ ਨੇ ਨਿਰਲੇਪ ਹੋ ਗਿਆ। ਮਨ ਵਿੱਚ ਹੀ ਉਹ ਉਦਾਸ ਭਾਵ ਉਪਰਾਮਤਾ ਜਿਹੜੀ ਸੀ ਮਨ ਦੇ ਅੰਦਰ ਹੀ ਬਣ ਗਈ। ਮਨ ਅੰਦਰ ਟਿਕ ਗਿਆ। ਹੁਣ ਮਨ ਦੇ ਅੰਦਰ ਮੋਹ ਨਹੀਂ ਪੈਦਾ ਹੁੰਦਾ, ਮਨ ਅੰਦਰ ਲੋਭ ਨਹੀਂ ਪੈਦਾ ਹੁੰਦਾ, ਮਨ ਅੰਦਰ ਕਾਮ ਵਾਸ਼ਨਾ ਪੈਦਾ ਨਹੀਂ ਹੁੰਦੀ। ਮਨ ਹੁਣ ਹੰਕਾਰ ਦੀ ਬੋਲੀ ਨਹੀਂ ਬੋਲਦਾ, ਕਿਉਂਕਿ ਮਨ ਘਰ ਹੀ ਮਾਹੇ ਉਦਾਸ ਭਾਵ ਐਸੀ ਅੰਦਰ ਮਨ ਦੀ ਖੇਡ ਬਣ ਗਈ ਕਿ ਮਨ ਬਾਹਰ ਭਟਕਦਾ ਹੀ ਨਹੀਂ ਹੈ। ਜਿਹਦੇ ਅੰਦਰ ਮਾਇਆ ਦਾ ਮੋਹ ਹੈ ਨਾ, ਉਹਨੂੰ ਤਾਂ ਹਜੇ ਕਹਿ ਰਹੇ ਆ ਮਨ ਪਰਦੇਸੀ ਵੇ ਆਓ ਘਰੇ। ਪਰਦੇਸੀ ਮਨ, ਤੂੰ ਘਰ ਦੇ ਵਿੱਚ ਆ ਕੇ ਟਿਕ।
ਤੂੰ ਆਪਣਾ ਘਰ ਛੱਡ ਕੇ ਪਰਦੇਸ ਵਿੱਚ ਭਟਕਦਾ ਪਿਆ। ਜਿਹੜਾ ਰਸ ਤੂੰ ਲੈਣਾ ਉਹ ਤੇਰੇ ਘਰ ਵਿੱਚ ਬੈਠਿਆਂ ਤੈਨੂੰ ਮਿਲ ਜਾਣਾ ਹੈ। ਪਰ ਇਹ ਕਿਵੇਂ ਸਮਝ ਆਈ? ਜਦੋਂ ਗੁਰ ਮਿਲਿਆ, ਜਦੋਂ ਗਿਆਨ ਮਿਲਿਆ। ਜਦੋਂ ਗਿਆਨ ਮਿਲਿਆ ਤੇ ਮਨ ਨੂੰ ਨਾਮ ਦੀ ਬਖਸ਼ਿਸ਼ ਮਿਲੀ। ਉਹਦੇ ਵਿੱਚ ਫਿਰ ਹਰ ਸੇਤੀ ਮਨ ਰਵ ਰਹਿਆ। ਮਨ ਹਰ ਵੇਲੇ ਪਰਮੇਸ਼ਵਰ ਦੇ ਨਾਮ ਵਿੱਚ ਜੁੜਿਆ ਰਿਹਾ। ਘਰ ਹੀ ਮਾਹੇ ਉਦਾਸ। ਮਨ ਘਰ ਵਿੱਚ, ਘਰ ਕੀ ਹੈ? ਆ ਸਰੀਰ। ਮਨ ਦਾ ਕਮਰਾ ਕਿਹੜਾ ਹੈ? ਮਨ ਦਾ ਰੂਮ ਕਿਹੜਾ ਹੈ? ਆ ਸਾਡਾ ਦਿਮਾਗ। ਆ ਦਿਮਾਗ ਇੱਕ ਰੂਮ ਹੈ, ਇੱਕ ਕਮਰਾ ਹੈ ਜਿਹਦੇ ਵਿੱਚ ਮਨ ਰਹਿੰਦਾ ਹੈ। ਜਿਵੇਂ ਸਾਡੇ ਘਰ ਬਣੇ ਨੇ ਨਾ, ਘਰ 'ਚ ਵੱਖਰੇ ਵੱਖਰੇ ਕਮਰੇ ਹੁੰਦੇ ਆ। ਆ ਵੀ ਇੱਕ ਘਰ ਹੈ ਜਿਹਦੇ ਵਿੱਚ ਵੱਖਰੇ ਵੱਖਰੇ ਕਮਰੇ ਨੇ। ਔਰ 10 ਘਰ ਆਪਾਂ ਮੰਨ ਕੇ ਚਲੀਏ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 9 ਕਮਰਿਆਂ ਦੇ ਦਰਵਾਜ਼ੇ ਮੇਰੇ ਮਾਲਕ ਨੇ ਖੋਲ ਦਿੱਤੇ ਆ ਤੇ 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਉਹ ਕਿੱਥੇ ਹੈ? ਉਹ ਦਿਲ ਦੇ ਕਰੀਬ ਹੈ। ਉਹ ਦਿਲ ਦੇ ਕਰੀਬ ਹੈ। ਸਾਨੂੰ ਦਿਲ ਤੱਕ ਪਹੁੰਚ ਬਣਾਉਣੀ ਪੈਣੀ ਹੈ। ਤੇ ਉਹ ਪਹੁੰਚ ਕਿਵੇਂ ਹੋਏਗੀ? ਬਾਹਰੋਂ ਤੇ ਕੋਈ ਰਸਤਾ ਨਹੀਂ ਜਾਂਦਾ, ਅੰਦਰ ਹੀ ਰਸਤਾ ਜਿਹੜਾ ਦਿਲ ਦੇ ਕਰੀਬ ਜਾਂਦਾ ਹੈ। ਉਹ ਦਿਲ ਦੇ ਕਰੀਬ ਕੌਣ ਜਾਏਗਾ? ਉਹ ਮਨ ਦੇ ਰਾਹੀਂ ਜਾਇਆ ਜਾਣਾ ਹੈ, ਉਹ ਸੁਰਤ ਦੇ ਰਾਹੀਂ ਜਾਇਆ ਜਾਣਾ ਹੈ। ਤੇ ਹੁਣ ਮਨ ਆਪਣੇ ਆਪ ਤੇ ਚੱਲੇਗਾ ਨਹੀਂ, ਮਨ ਤੇ ਬਾਹਰ ਜਾਂਦਾ ਹੈ, ਬਾਹਰ ਭਟਕਦਾ ਹੈ। ਮਨ ਨੂੰ ਅੰਦਰ ਲੈ ਜਾਣ ਵਾਸਤੇ ਕੀ ਚਾਹੀਦਾ ਹੈ? ਸ਼ਬਦ ਦਾ ਸਹਾਰਾ। ਤੇ ਸ਼ਬਦ ਕੀ ਕਰੇਗਾ? ਉਹ ਤੁਹਾਡੀ ਸੁਰਤ ਨੂੰ ਜੋੜ ਕੇ ਉਸ ਮਨ ਨੂੰ ਉਸ ਤੱਕ ਲੈ ਜਾਏਗਾ ਜਿੱਥੇ ਦਿਲ ਦੇ ਕਰੀਬ ਇੱਕ ਨਾ 10ਵਾਂ ਦੁਆਰ ਦਿਖਾਇਆ ਦੀ ਖੇਡ ਬਣਨੀ ਹੈ। ਅਸੀਂ ਮਸਤਕ ਦੇ ਵਿਚਕਾਰ ਕੋਈ ਚੋਟੀ ਦੇ ਦੱਸਦਾ ਹੈ, ਪਰ ਜੇ ਆਪਾਂ ਬਰੀਕੀ ਨਾਲ ਗੁਰਬਾਣੀ ਨੂੰ ਸਮਝੀਏ ਤਾਂ ਮਹਾਰਾਜ ਜੀ ਕਹਿੰਦੇ ਆ ਵੀ 10ਵਾਂ ਦੁਆਰ ਉੱਥੇ ਹੈ ਜਿੱਥੇ ਤੇਰਾ ਦਿਲ, ਤਿੱਥੇ ਤੇਰੀ ਜਿੰਦ ਜਾਨ ਵਸਦੀ ਹੈ। ਤੇ ਜਿੰਦ ਜਾਨ ਕਿੱਥੇ ਵਸਦੀ ਹੈ? ਹਿਰਦੇ ਵਿੱਚ ਹੀ ਵਸਦੀ ਹੈ। ਇੱਕ ਦਿਨ ਇਹ ਵੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਕਈ ਵਾਰ ਨਾ ਤੁਸੀਂ ਵੇਖਿਆ ਹੋਵੇਗਾ, ਕਈ ਬੰਦੇ ਨਾ ਐਸੀ ਘਟਨਾ ਹੁੰਦੀ ਹੈ, ਕੋਮਾ ਵਿੱਚ ਚਲੇ ਜਾਂਦੇ ਆ, ਦਿਮਾਗ ਬਿਲਕੁਲ ਡੈਡ ਹੋ ਜਾਂਦਾ ਹੈ, ਬਿਲਕੁਲ ਦਿਮਾਗ ਕੰਮ ਕਰਨਾ ਬੰਦ ਕਰ ਜਾਂਦਾ ਹੈ, ਪਰ ਦਿਲ ਦੀ ਧੜਕਣ ਤਾਂ ਚੱਲਦੀ ਰਹਿੰਦੀ ਹੈ ਨਾ, ਦਿਲ ਦੀ ਧੜਕਣ ਤਾਂ ਚੱਲਦੀ ਰਹਿੰਦੀ ਹੈ। ਉਹ ਕੋਮਾ ਵਿੱਚ ਪਿਆ ਇਨਸਾਨ ਭਾਵੇਂ ਸਾਲ ਪਿਆ ਰਵੇ, ਉਹਨੂੰ ਪਤਾ ਹੀ ਕੋਈ ਨਹੀਂ, ਕਿਉਂਕਿ ਦਿਲ ਦੀ ਧੜਕਣ ਚੱਲ ਰਹੀ ਹੈ। ਅਸੀਂ ਆਸ ਰੱਖਦੇ ਹਾਂ ਕਿ ਇੱਕ ਦਿਨ ਇਹ ਕੋਮਾ ਤੋਂ ਬਾਹਰ ਆ ਜਾਏਗਾ, ਪਰ ਜਿਸ ਦਿਨ ਦਿਮਾਗ ਚੱਲਦਾ ਹੋਵੇ, ਦਿਮਾਗ ਦੀਆਂ ਨਾੜੀਆਂ ਬਿਲਕੁਲ ਚੱਲਦੀਆਂ ਹੋਣ, ਤੇ ਜੇ ਦਿਲ ਦੀ ਧੜਕਣ ਬੰਦ ਹੋ ਜਾਏ, ਫਿਰ ਅਸੀਂ ਆਸ ਨਹੀਂ ਰੱਖਦੇ। ਅਸੀਂ ਕਹਿੰਦੇ ਹਾਂ ਵੀ ਇਹ ਬਿਲਕੁਲ ਡੈਡ ਹੋ ਗਿਆ, ਇਹ ਖਤਮ ਹੋ ਗਿਆ, ਹੁਣ ਇਹ ਕੁਛ ਨਹੀਂ ਹੋ ਸਕਦਾ ਕਿਉਂਕਿ ਇਹਦੀ ਧੜਕਣ ਹੀ ਬੰਦ ਹੋ ਗਈ। ਇੱਥੋਂ ਅੰਦਾਜ਼ਾ ਲਾਓ ਕਿ ਫਿਰ ਸਾਡੀ ਜਿੰਦ ਜਾਨ ਕਿੱਥੇ ਵਸਦੀ ਹੈ। ਸਾਡੀ ਜਿੰਦ ਜਾਨ ਉੱਥੇ ਵਸਦੀ ਹੈ ਦਿਲ ਹੀ ਭੀਤਰ ਜੋਏ, ਜਿਹਨੂੰ ਕਬੀਰ ਸਾਹਿਬ ਕਹਿੰਦੇ ਆ। ਤੇ ਫਿਰ ਉਹ ਦਿਮਾਗ ਵਿੱਚ 10ਵਾਂ ਦੁਆਰ ਕਿੱਥੇ ਆ ਗਿਆ? ਦਿਮਾਗ ਤੋਂ ਤੇ ਆਪਾਂ ਚੱਲਣਾ ਹੈ ਗਿਆਨ ਲੈ ਕੇ। ਉਹ ਜਿਹੜਾ ਅੰਦਰ ਗੁਬਾਰ ਭਰਿਆ ਪਿਆ ਉਹਨੂੰ ਕੱਢ ਕੇ, ਅਗਿਆਨਤਾ ਦਾ ਹਨੇਰਾ ਦੂਰ ਕਰਕੇ ਅਸੀਂ ਫਿਰ ਅੱਗੋਂ ਚਾਨਣ, ਗੁਰਬਾਣੀ ਦੇ ਚਾਨਣ ਵਿੱਚ ਚੱਲਣਾ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਨੁਕਤਾ ਦਿੱਤਾ ਸੀ ਇੱਕ, ਕਹਿੰਦੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੁਸੀਂ ਸ਼ਬਦ ਨੂੰ ਗੁਰੂ ਬਣਾ ਕੇ ਤੇ ਸੁਰਤ ਨੂੰ ਚੇਲਾ ਬਣਾ ਕੇ ਚੱਲੋ, ਫਿਰ ਤੁਸੀਂ ਇੱਕ ਨਾ 10ਵਾਂ ਦੁਆਰ ਦਿਖਾਇਆ, ਉੱਥੇ ਤੱਕ ਤੁਹਾਡੀ ਪਹੁੰਚ ਬਣ ਜਾਏਗੀ। ਪਰ ਹਜੇ ਤੇ ਅਸੀਂ ਮੋਹ ਮਾਇਆ ਚੋਂ ਨਿਕਲ ਹੀ ਨਹੀਂ ਪਾ ਰਹੇ ਹਾਂ। ਬਾਣੀ ਤਾਂ ਪੜ੍ਹ ਰਹੇ ਹਾਂ, ਪਰ ਦਿਮਾਗ ਵਿੱਚ ਮਾਇਆ ਦਾ ਮੋਹ ਬਣਿਆ ਹੋਇਆ ਹੈ, ਖਿਆਲ ਬਣੇ ਹੋਏ ਨੇ, ਵਿਚਾਰ ਪਰ ਕਈ ਪ੍ਰਕਾਰ ਦੀਆਂ ਵਿਚਾਰਾਂ ਅੰਦਰ ਨੇ, ਕਈ ਘਾੜਤਾਂ ਮਨ ਘੜਦਾ ਪਿਆ ਅੰਦਰੋਂ। ਇਸ ਲਈ ਸਾਹਿਬ ਜੀ ਕਹਿੰਦੇ ਗੁਰ ਮਿਲਿਆ, ਜਦੋਂ ਗਿਆਨ ਮਿਲ ਗਿਆ, ਉਸ ਗਿਆਨ ਦੀ ਰੋਸ਼ਨੀ ਵਿੱਚ ਨਾਮ ਪਾਈ ਹੈ, ਤੁਸੀਂ ਨਾਮ ਦੀ ਦਾਤ ਪਾ ਲਓਗੇ। ਜਦੋਂ ਨਾਮ ਦੀ ਦਾਤ ਪਾ ਲਓਗੇ, ਚੂਕੈ ਮੋਹ ਪਿਆਸ, ਤੁਹਾਡੇ ਅੰਦਰੋਂ ਮੋਹ, ਮਾਇਆ ਦਾ ਮੋਹ ਤੇ ਪਿਆਸ ਮੁੱਕ ਜਾਏਗਾ। ਫਿਰ ਹਰ ਸੇਤੀ ਮਨ ਰਵ ਰਹਿਆ, ਮਨ ਹਰ ਵੇਲੇ ਪਰਮੇਸ਼ਵਰ ਦੇ ਨਾਮ ਵਿੱਚ ਲੀਨ ਰਹੇਗਾ। ਤੇ ਜਦੋਂ ਮਨ ਵਾਹਿਗੁਰੂ ਵਿੱਚ ਲੀਨ ਰਹੇਗਾ, ਘਰ ਹੀ ਮਾਹੇ ਉਦਾਸ, ਫਿਰ ਇਹ ਘਰ ਵਿੱਚ ਰਹਿ ਕੇ ਉਪਰਾਮ ਹੋ ਜਾਏਗਾ, ਮਾਇਆ ਦੇ ਲੇਪ ਤੋਂ ਨਿਰਲੇਪ ਹੋਏਗਾ।
ਜਿਨ੍ਹਾਂ ਹਰਿ ਕਾ ਸਾਧ ਆਇਆ। ਪਰ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਇੱਥੇ ਤੱਕ ਪਹੁੰਚ ਕੇ ਸਵਾਦ ਆ ਗਿਆ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਇਹ ਰਸ ਪ੍ਰੇਮ ਵਿੱਚ ਮਿਲਣਾ ਹੈ, ਇਹ ਰਸ ਈਰਖਾ ਵਸ ਹੋ ਕੇ ਨਹੀਂ ਮਿਲਣਾ। ਜਿਹੜਾ ਰਸ ਗੁਰਬਾਣੀ ਚੋਂ ਆਪਾਂ ਲੈਣਾ ਚਾਹੁੰਦੇ ਆ ਨਾ, ਉਹ ਰਸ ਤੁਹਾਨੂੰ ਹੰਕਾਰ ਦੇ ਨਾਲ ਭਰ ਕੇ ਨਹੀਂ ਮਿਲਣਾ। ਵੀ ਮਨ ਅੰਦਰ ਹੰਕਾਰ ਨਾਲ ਭਰਿਆ ਹੋਵੇ ਤੇ ਅਸੀਂ ਕਹੀਏ ਰਸ ਮਿਲ ਜਾਏ, ਉਹ ਨਹੀਂ ਮਿਲਣਾ। ਇਹ ਰਸ ਮਿਲਣਾ ਪ੍ਰੇਮ ਦੇ ਨਾਲ। ਜਿਨੀ ਚਾਖਿਆ ਪ੍ਰੇਮ ਰਸ, ਪ੍ਰੇਮ ਵਿੱਚ ਜਿਨ੍ਹਾਂ ਨੇ ਰਸ ਚੱਖ ਲਿਆ ਸੇ ਤ੍ਰਿਪਤ ਰਹੇ ਆਗਾਏ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤਰੀਕੇ ਨਾਲ ਆਖਿਆ ਸੀ, ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ ਉਹਨੇ ਪ੍ਰਭੂ ਦੇ ਨਾਮ ਦਾ ਰਸ ਪਾਇਆ। ਤੇ ਜਿਹਦੇ ਅੰਦਰ ਪ੍ਰੇਮ ਦੀ ਭਾਵਨਾ ਨਹੀਂ, ਤਾਂ ਹੀ ਤੇ ਆਖਿਆ ਸੀ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ। ਉਦਾਹਰਨਾਂ ਦਿੱਤੀਆਂ ਵੱਖ ਵੱਖ ਕਿ ਜਿਵੇਂ ਚੰਦ ਤੇ ਚਕੋਰ ਦੀ ਪ੍ਰੀਤ ਹੈ, ਜਿਵੇਂ ਭਵਰਾ ਫੁੱਲ ਦੇ ਰਸ ਨਾਲ ਪ੍ਰੀਤ ਕਰਦਾ ਹੈ ਮਨ, ਮਛਲੀ ਤੇ ਪਾਣੀ ਦੀ ਪ੍ਰੀਤ ਵੇਖ। ਤੂੰ ਵੀ ਗੁਰਬਾਣੀ ਨਾਲ ਇੰਨੀ ਪ੍ਰੀਤ ਕਰ ਤਾਂ ਕਿ ਤੈਨੂੰ ਗੁਰਬਾਣੀ ਚੋਂ ਰਸ ਮਿਲ ਜਾਏ। ਇਸ ਲਈ ਸਾਹਿਬ ਜੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਨ੍ਹਾਂ ਹਰਿ ਕਾ ਸਾਧ ਆਇਆ, ਜਿਨ੍ਹਾਂ ਨੂੰ ਸਵਾਦ ਆ ਗਿਆ ਹਰੀ ਦੇ ਨਾਮ ਦੇ ਰਸ ਵਿੱਚੋਂ। ਹਉ ਤਿੰਨ ਬਲਹਾਰੈ ਜਾਸ, ਮੈਂ ਉਹਨਾਂ ਤੋਂ ਸਦਕੇ ਜਾਵਾਂ, ਉਹਨਾਂ ਤੋਂ ਬਲਹਾਰੇ ਜਾਵਾਂ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਨਦਰੀ ਪਾਈ ਹੈ ਸਚ ਨਾਮ ਗੁਣ ਤਾਸ। ਇਸ ਲਈ ਸਾਹਿਬ ਕਹਿੰਦੇ ਗੁਰੂ ਕੇ ਪਿਆਰਿਓ, ਇਹ ਨਾਮ ਦਾ ਰਸ ਤੇ ਨਾਮ ਗੁਣ ਤਾਸ, ਗੁਣਾਂ ਦਾ ਖਜ਼ਾਨਾ ਜਿਹੜਾ ਗੁਣਾਂ ਨਾਲ ਭਰਪੂਰ ਹੈ, ਇਹ ਤਾਂ ਮਿਲੇਗਾ ਜੇ ਤੁਸੀਂ ਉਹਦੀ ਨਜ਼ਰ ਦੇ ਪਾਤਰ ਬਣੋਗੇ। ਉਹਦੀ ਨਜ਼ਰ ਹੋਏਗੀ ਤਾਂ, ਤੇ ਨਜ਼ਰ ਤਾਂ ਹੀ ਹੋਏਗੀ ਜੇ ਅਸੀਂ ਉਹਦੀ ਨਜ਼ਰ ਦੇ ਹੇਠ ਆਉਣ ਦਾ ਯਤਨ ਕਰਾਂਗੇ। ਕਈ ਵਾਰੀ ਬੰਦਾ ਕਹਿੰਦਾ ਹੈ ਕਿ ਮੈਂ ਤੇਰੇ ਕੋਲੋਂ ਲੰਘ ਗਿਆ, ਤੂੰ ਮੈਨੂੰ ਵੇਖਿਆ ਨਹੀਂ। ਉਹ ਕਹਿੰਦਾ ਵੀ ਮੇਰੀ ਨਜ਼ਰ ਹੋਰ ਪਾਸੇ ਸੀ ਤਾਂ ਨਹੀਂ ਮੈਂ ਤੈਨੂੰ ਵੇਖ ਸਕਿਆ। ਇਸ ਲਈ ਅਸੀਂ ਮਾਲਕ ਦੀ ਨਜ਼ਰ ਹੇਠ ਆਵਾਂਗੇ ਤਾਂ ਉਹਦੀ ਕਿਰਪਾ ਦੇ ਪਾਤਰ ਬਣਨਾ। ਅਰਦਾਸ ਕਰੀਏ ਕਿ ਮਾਲਕ ਜੀ ਅਸੀਂ ਤੁਹਾਡੇ ਦਰ ਤੇ ਇਸੇ ਲਈ ਆਏ ਹਾਂ ਕਿ ਤੁਹਾਡੀ ਰਹਿਮਤ ਤੇ ਨਜ਼ਰ ਸਾਡੇ ਤੇ ਹੋਵੇ ਤੇ ਅਸੀਂ ਵਿਕਾਰਾਂ ਵਾਲਾ ਰਸ ਛੱਡ ਕੇ ਅਸੀਂ ਨਾਮ ਦਾ ਰਸ ਲੈ ਸਕੀਏ। ਉਸ ਨਾਮ ਦੇ ਰਸ ਦਾ ਸਵਾਦ ਮਾਣਦਿਆਂ ਨਿਰਲੇਪ ਹੋ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਸਾਨੂੰ ਸਮਝ ਆਏ ਕਿ ਜਿਸ ਗੁਰਦੁਆਰੇ ਆਏ ਆ ਇਹ ਇੱਕ ਬਹੁਤ ਵੱਡਾ ਤੀਰਥ ਹੈ। ਐਡਾ ਵੱਡਾ ਤੀਰਥ ਹੈ ਜਿੱਥੇ 68 ਤੀਰਥਾਂ ਦਾ ਫਲ ਮਿਲ ਜਾਂਦਾ ਹੈ। 68 ਤੀਰਥਾਂ ਤੇ ਜਾਣਾ ਹੋਵੇ ਨਾ ਤੇ ਜ਼ਿੰਦਗੀ ਦਾ ਸਮਾਂ ਲੰਘ ਜਾਂਦਾ ਹੈ, ਪਰ 68 ਤੀਰਥਾਂ ਤੇ ਜਾਣਾ ਨਸੀਬ ਨਹੀਂ ਹੁੰਦਾ। ਪਰ ਇੱਕ ਦਰ ਉਹ ਤੁਹਾਨੂੰ ਦੇ ਦਿੱਤਾ ਜਿੱਥੇ ਤੁਹਾਨੂੰ ਸਾਰੇ ਫਲ ਪ੍ਰਾਪਤ ਹੋਣਗੇ। ਇਸ ਲਈ ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ। ਜਿਹਨੂੰ ਇਹ ਗੱਲ ਸਮਝ ਆ ਜਾਏ, ਆਪਾਂ ਵੀ ਇਹੀ ਸਮਝ ਕੇ ਆਈਏ ਕਿ ਇੱਕ ਬਹੁਤ ਵੱਡਾ ਤੀਰਥ ਹੈ। ਇੱਥੇ ਮਨ ਦਾ ਅਸੀਂ ਇਸ਼ਨਾਨ ਕਰਵਾ ਕੇ ਜੋ ਮਨ ਦੀ ਇੱਛਾ ਹੈ ਉਹਨੂੰ ਪੂਰਾ ਕਰਨਾ ਹੈ। ਨਾਮ ਦਾ ਰਸ, ਨਾਮ ਦਾ ਸਵਾਦ ਲੈ ਕੇ ਅਸੀਂ ਮੋਹ ਮਾਇਆ ਤੋਂ, ਵਿਕਾਰਾਂ ਤੋਂ ਨਿਰਲੇਪ ਹੋਣਾ ਹੈ। ਇਹ ਨਾਮ ਦੀ ਦਾਤ ਹੀ ਸਤਿਗੁਰੂ ਰੂਪੀ ਤੀਰਥ ਤੇ ਆ ਕੇ ਮੰਗਣੀ ਔਰ ਮੰਗਦੇ ਰਹਿਣਾ ਹੈ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹ, ਨਾਨਕ
ਨਾਨਕ ਚਾਹੇ ਹੋ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਤੇ ਰਹਿਮ ਤੇ ਨਜ਼ਰ ਕਰਨ, ਜਿਹਦੇ ਨਾਲ ਨਾਮ ਦੀਆਂ ਬਖਸ਼ਿਸ਼ਾਂ ਲੈ ਕੇ ਬਾਣੀ ਬਾਣੀ ਦੇ ਧਾਰਨੀ ਨਿਤਨੇਮੀ ਬਣ ਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਕੇ ਅੱਗੇ ਤੋਂ ਮੇਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਹਿਰਦੇ ਅੰਦਰ ਵਸਾ ਲਈਏ ਜੀ। ਜਿਨਾ ਹਰਿ ਕਾ ਸਾਧ ਆਇਆ, ਹਉ ਤਿਨ ਬਲਿਹਾਰੈ ਜਾਸ। ਨਾਨਕ ਨਦਰੀ ਪਾਈਐ, ਸਚ ਨਾਮ ਗੁਣ ਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।